ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅਸੀਂ ਇੱਕ ਵਾਰ ਫੇਰ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਬਣੇ ਮਿਊਨਿਸਪਲ ਭਵਨ ਦੇ ਵਿੱਚ ਹਾਂ, ਜਿੱਥੇ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਇੱਕ ਬਹੁਤ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ, ਕੁਦਰਤ ਉਤਸਵ ਅਤੇ ਸੰਵਾਦ, ਜਿਹਦੇ ਵਿੱਚ ਬੜੀਆਂ ਨਾਮਵਰ ਹਸਤੀਆਂ ਪਹੁੰਚੀਆਂ ਹੋਈਆਂ ਨੇ। ਡਾਕਟਰ ਖਾਦਰ ਵਲੀ, ਆਚਾਰਿਆ ਮਨੀਸ਼, ਡਾਕਟਰ ਅਮਰ ਸਿੰਘ ਆਜ਼ਾਦ, ਡਾਕਟਰ ਅਵਧੇਸ਼ ਪਾਂਡੇ, ਬਹੁਤ ਵੱਡੇ ਵੱਡੇ ਨਾਮ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਨੇ ਆ ਕੇ ਹੈਲਥ ਰਿਲੇਟਡ ਇਸ਼ੂਜ਼ ਦੇ ਉੱਤੇ ਵੀ ਡਿਸਕਸ਼ਨਸ ਹੋਈਆਂ। ਉਮਿੰਦਰ ਦੱਤ ਜੀ ਜਿਹੜੇ ਨੇ ਖੇਤੀ ਵਿਰਾਸਤ ਮਿਸ਼ਨ ਵੱਲੋਂ, ਉਹਨਾਂ ਨੇ ਬੀੜਾ ਚੁੱਕਿਆ ਸਾਰਿਆਂ ਨੂੰ ਇਕੱਠੇ ਕਰਕੇ, ਅਤੇ ਇੱਕ ਲੋਕਾਂ ਤੱਕ ਉਹਨਾਂ ਦੀ ਸੱਚਾਈ ਪਹੁੰਚਾਉਣ ਦਾ ਅਤੇ ਉਹਨਾਂ ਲੋਕਾਂ ਦੇ ਮਨਾਂ ਦੇ ਜਿਹੜੇ ਸਵਾਲ ਕੱਢ ਕੇ ਲਿਆਉਣ ਦਾ ਇੱਕ ਬੀੜਾ ਚੁੱਕਿਆ ਹੋਇਆ। ਅੰਦਰ ਪ੍ਰੋਗਰਾਮ ਚੱਲ ਰਿਹਾ, ਲੇਕਿਨ ਬਾਹਰ ਕੁਝ ਅਜਿਹਾ ਹੋ ਰਿਹਾ ਜਿਹੜਾ ਕਿ ਜਿਹਨੇ ਮੈਨੂੰ ਖਿੱਚਿਆ। ਇੱਕ ਵੀਡੀਓ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਸੀ ਬਰਤਨਾਂ ਦੀ, ਅਤੇ ਅੱਜ ਇੱਕ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਮੈਂ ਕੱਪੜੇ ਦੀ। ਤੁਸੀਂ ਅਕਸਰ ਦੇਖਿਆ ਹੋਣਾ ਕਿ ਅੱਜ ਕੱਲ੍ਹ ਜਿਹੜੀ ਐਲਰਜੀ ਆ ਉਹ ਕਈ ਰੂਪ ਧਾਰਨ ਕਰ ਚੁੱਕੀ ਹੈ, ਅਤੇ ਉਹਨਾਂ ਦੇ ਵਿੱਚੋਂ ਇੱਕ ਰੂਪ ਹੈਗਾ ਉਹਦਾ ਕੱਪੜੇ ਦੀ ਐਲਰਜੀ। ਕੱਪੜੇ ਦੇ ਨਾਲ ਬਹੁਤ ਸਾਰੀ ਦੁਨੀਆ ਨੂੰ ਐਲਰਜੀਆਂ ਹੋ ਰਹੀਆਂ ਨੇ, ਸਕਿਨ ਦੀਆਂ ਪ੍ਰੋਬਲਮ ਆ ਰਹੀਆਂ ਨੇ ਬਹੁਤ ਜ਼ਿਆਦਾ, ਇੱਥੋਂ ਤੱਕ ਕਿ ਉਹ ਜਿਹੜੀਆਂ ਚਮੜੀ ਦੀਆਂ ਬਿਮਾਰੀਆਂ ਇੱਥੋਂ ਤੱਕ ਵੱਧ ਜਾਂਦੀਆਂ ਜਿਨ੍ਹਾਂ ਦਾ ਇਲਾਜ ਕਰਾਉਣਾ ਮੁਸ਼ਕਿਲ ਹੋ ਜਾਂਦਾ। ਉਹਨਾਂ ਦੇ ਪਿੱਛੇ ਬਹੁਤ ਡੂੰਘੇ ਕਾਰਨ ਨੇ। ਡੂੰਘੇ ਕਾਰਨ ਇਸ ਕਰਕੇ ਨੇ ਕਿਉਂਕਿ ਅੱਜ ਇਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਉਹ ਕਿਤੇ ਨਾ ਕਿਤੇ ਉਸ ਦੀ ਹਾਮੀ ਭਰਦੇ ਨੇ ਵੀ ਇਹ ਜੇ ਆਪਾਂ ਇੱਧਰ ਨੂੰ ਤੁਰਾਂਗੇ ਤਾਂ ਆਪਣਾ ਜਿਹੜਾ ਉਹ ਸਾਰੇ ਇਸ਼ੂਜ਼ ਜਿਹੜੇ ਨੇ ਉਹ ਖਤਮ ਹੋ ਸਕਦੇ ਨੇ। ਅਗਲੀ ਜਾਣਕਾਰੀ ਆਪਾਂ ਸਟਾਰਟ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਨਾਲ ਦੇ ਮਹਿਮਾਨ ਦਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਰੂਪਸੀ ਗਰਗ ਹੈ। ਰੂਪਸੀ ਗਰਗ ਜੀ, ਤੁਸੀਂ ਥੋੜਾ ਆਪਣੇ ਬਾਰੇ ਜਾਣਕਾਰੀ ਦਿਓਗੇ, ਪ੍ਰੋਫਾਈਲ ਦੱਸੋਗੇ ਆਪਣਾ? ਜੀ, ਮੇਰਾ ਪਿੰਡ ਬਨੂੜ ਤੇਪਲਾ ਹੈ, ਪਟਿਆਲੇ ਜ਼ਿਲ੍ਹੇ ਦਾ। ਔਰ ਪੜ੍ਹਾਈ ਦੇ ਵਿੱਚ ਵੈਸੇ ਤਾਂ ਮੈਂ ਬੀਟੈਕ ਕੀਤੀ ਹੈ ਬਾਇਓਟੈਕਨੋਲੋਜੀ ਦੇ ਵਿੱਚ। ਉਸ ਤੋਂ ਬਾਅਦ ਹੈਦਰਾਬਾਦ ਦਾ ਇੱਕ ਰਿਸਰਚ ਇੰਸਟੀਟਿਊਟ ਹੈ, ਸੈਂਟਰ ਫॉर ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ, ਉੱਥੇ ਮੈਂ 3 ਸਾਲ ਜੂਨੀਅਰ ਰਿਸਰਚ ਫੈਲੋ ਰਹਿ ਕੇ ਕੰਮ ਕੀਤਾ, ਪਰ ਲੈਬ ਦੇ ਵਿੱਚ ਮਨ ਨਹੀਂ ਲੱਗਿਆ, ਰਿਸਰਚ ਦੇ ਵਿੱਚ ਅੱਗੇ ਕੰਟੀਨਿਊ ਨਹੀਂ ਕੀਤਾ। ਔਰ ਮੈਂ ਸੋਚਿਆ ਕਿ ਕੁਝ ਗ੍ਰਾਸ ਰੂਟ ਲੈਵਲ 'ਤੇ ਕਰਨਾ ਹੈ, ਅਤੇ ਇਸ ਲਈ ਅਜੀਮ ਪ੍ਰੇਮਜੀ ਯੂਨੀਵਰਸਿਟੀ ਹੈ ਬੈਂਗਲੋਰ ਦੇ ਵਿੱਚ, ਅਤੇ ਉੱਥੋਂ ਮੈਂ ਮਾਸਟਰਸ ਕੀਤੀ ਹੈ ਡਿਵੈਲਪਮੈਂਟ ਦੇ ਵਿੱਚ, ਔਰ ਇਹ ਮੈਂ 2018 ਦੇ ਵਿੱਚ ਕੰਪਲੀਟ ਕੀਤੀ। ਅਤੇ ਜਦੋਂ ਮੈਂ ਉੱਥੇ ਪੜ੍ਹਾਈ ਕਰ ਰਹੀ ਸੀ ਤਾਂ ਉਸ ਸਮੇਂ ਪੰਜਾਬ ਦੇ ਐਨਵਾਇਰਨਮੈਂਟ ਦਾ, ਪੰਜਾਬ ਦੀ ਫਾਰਮਿੰਗ ਦਾ ਔਰ ਪੰਜਾਬ ਦੇ ਨੈਚੁਰਲ ਰਿਸੋਰਸਿਸ ਦੇ ਬਾਰੇ ਮੈਂ ਪੜ੍ਹਿਆ, ਸੁਣਿਆ, ਅਤੇ ਉਦੋਂ ਫਿਰ ਅੰਦਰੋਂ ਆਵਾਜ਼ ਆਈ ਕਿ ਆਪਣੇ ਖੇਤਰ ਦੇ ਵਿੱਚ ਵਾਪਸ ਜਾ ਕੇ, ਜਿੱਥੇ ਆਪਣੀ ਬੋਲੀ ਹੈ, ਆਪਣਾ ਕਲਚਰ ਹੈ, ਉੱਥੇ ਜਾ ਕੇ ਕੰਮ ਕਰਨਾ ਹੈ। ਅਤੇ ਫਿਰ ਮੈਨੂੰ ਖੇਤੀ ਵਿਰਾਸਤ ਮਿਸ਼ਨ ਦਾ ਪਤਾ ਲੱਗਿਆ, ਔਰ ਮੈਂ ਇੱਥੇ ਆ ਕੇ ਇੱਕ ਇੰਟਰਨਸ਼ਿਪ ਕੀਤੀ ਉਮਿੰਦਰ ਜੀ ਦੇ ਨਾਲ, ਔਰ ਕਾਫੀ ਚੰਗਾ ਲੱਗਿਆ ਮੈਨੂੰ ਇਹਨਾਂ ਦਾ ਜਿਹੜਾ ਅਪਰੋਚ ਹੈ, ਜਿਹੜਾ ਇਹਨਾਂ ਨੇ ਕੰਮ ਕੀਤਾ ਪਿਛਲੇ 15-20 ਸਾਲਾਂ ਦੇ ਵਿੱਚ, ਔਰ ਮੈਂ ਮਨ ਬਣਾਇਆ ਕਿ ਮੈਂ ਇੱਥੇ ਆ ਕੇ ਹੀ ਕੰਮ ਕਰੂੰਗੀ। 2018 ਦੇ ਵਿੱਚ ਜਦੋਂ ਮੇਰੀ ਮਾਸਟਰਸ ਕੰਪਲੀਟ ਹੋਈ ਤਾਂ ਮੈਂ ਫੁੱਲ ਟਾਈਮ KVM ਜੁਆਇਨ ਕਰ ਲਿਆ, ਅਤੇ ਮੈਂ ਉਦੋਂ ਤੋਂ KVM ਦੇ ਨਾਲ ਹੀ ਹਾਂ। ਵੈਰੀ ਗੁੱਡ, ਉਦੋਂ ਤੋਂ KVM ਦੇ ਨਾਲ ਹੀ ਹੋ। ਪਰ KVM ਦੇ ਨਾਲ ਮਿਲ ਕੇ ਤੁਸੀਂ ਇੰਟਰਨਸ਼ਿਪ ਕੀਤੀ ਹੈਗੀ ਹੈ, ਤੁਸੀਂ ਜੋ ਤੁਸੀਂ ਇੱਥੇ ਸਟਾਲ ਜਿਹੜਾ ਲੱਗਿਆ ਤੁਹਾਡਾ, ਉਹਦੇ ਵਿੱਚ ਤੁਸੀਂ ਕਾਫੀ ਜਿਹੜਾ ਪੁਰਾਣਾ ਟਰਡੀਸ਼ਨ ਜਿਹੜਾ ਉਹਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਹੋਇਆ, ਦਰੀਆਂ ਨੇ, ਖੇਸ ਨੇ, ਚਾਦਰਾਂ ਨੇ, ਬੋਈਏ ਹੈਗੇ ਨੇ ਜਿਹੜੇ ਆਪਾਂ ਕਰਦੇ ਹਾਂ ਪਿੰਡਾਂ ਦੇ ਵਿੱਚ ਹੁੰਦੇ ਸੀਗੇ, ਅਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਸਾਡੀ ਪੁਰਾਣੀ ਵਿਰਾਸਤ ਦੇ ਨਾਲ ਜੋੜਦੀਆਂ ਨੇ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਆਮ ਬਾਜ਼ਾਰਾਂ ਦੇ ਵਿੱਚ ਵੀ ਮਿਲਦੀਆਂ ਨੇ, ਥੋੜ੍ਹਾ ਜਿਹਾ ਦੱਸੋਗੇ ਕਿ ਬਾਕੀ ਚੀਜ਼ਾਂ ਨਾਲੋਂ ਇਹ ਅੱਡ ਕਿਵੇਂ ਹੈ? ਦੇਖੋ ਜੀ, ਅਸੀਂ ਜਦੋਂ ਭੋਜਨ ਦੇ ਜ਼ਹਿਰ ਮੁਕਤ ਹੋਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਸੋਚਣਾ ਪਏਗਾ ਕਿ ਹੋਰ ਵੀ ਜਿਹੜੀ ਚੀਜ਼ਾਂ ਅਸੀਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਵਰਤਦੇ ਹਾਂ, ਉਹਦੇ ਵਿੱਚ ਕਿੰਨਾ ਕੁ ਜ਼ਹਿਰ ਹੈ ਜਾਂ ਕਿੰਨਾ ਕੁ ਕੈਮੀਕਲ ਹੈ। ਅਤੇ ਇਹਦੇ ਵਿੱਚ ਰੋਟੀ ਤੋਂ ਬਾਅਦ ਜਿਹੜੀ ਸਾਡੀ ਦੂਜੀ ਵੱਡੀ ਰਿਕੁਆਇਰਮੈਂਟ ਹੈ ਉਹ ਹੈਗੀ ਹੈ ਕੱਪੜੇ ਦੀ। ਰੋਟੀ, ਕੱਪੜਾ, ਮਕਾਨ, ਅਸੀਂ ਆਪਣੇ ਭਾਰਤ ਦੇ ਵਿੱਚ ਕਹਿੰਦੇ ਹਾਂ ਕਿ ਮਨੁੱਖ ਦੀ ਮੁੱਢਲੀਆਂ ਲੋੜਾਂ ਹੈਗੀਆਂ। ਤਾਂ ਰੋਟੀ ਤੋਂ ਅੱਗੇ ਅਸੀਂ ਕੱਪੜੇ ਵੱਲ ਵਧੇ, ਅਤੇ ਪਹਿਲਾਂ ਜੇ ਤੁਸੀਂ ਦੇਖਿਆ ਹੋਵੇ ਤਾਂ ਸਾਡੇ ਪਿੰਡ ਇਕਾਈ ਹੁੰਦੇ ਸੀ, ਸਾਡੇ ਪਿੰਡ ਦੇ ਵਿੱਚ ਹੀ ਸਾਡੀ ਜ਼ਰੂਰਤ ਦੀ ਚੀਜ਼ ਪੈਦਾ ਹੁੰਦੀ ਸੀ, ਔਰ ਉੱਥੇ ਹੀ ਉਹਦੀ ਖਪਤ ਹੁੰਦੀ ਸੀ। ਉਹ ਚਾਹੇ ਰੋਟੀ ਹੋਵੇ, ਕੱਪੜਾ ਹੋਵੇ, ਬਰਤਨ ਹੋਣ, ਮਿੱਟੀ ਦਾ ਸਮਾਨ ਹੋਵੇ, ਲੱਕੜੀ ਦਾ ਹੋਵੇ, ਲੋਹੇ ਦਾ ਹੋਵੇ। ਤਾਂ ਸਾਡੇ ਪਿੰਡ ਸਵਾਵਲੰਬੀ ਸੀ, ਗ੍ਰਾਮ ਸਵਰਾਜ ਸੀ ਸਾਡੇ ਪਿੰਡਾਂ ਦੇ ਵਿੱਚ। ਪਰ ਹੁਣ ਉਹ ਪਿਛਲੇ
ਕੁਝ ਸਾਲਾਂ ਦੇ ਵਿੱਚ ਇੰਡਸਟਰੀਅਲਾਈਜੇਸ਼ਨ, ਮਾਡਰਨਾਈਜੇਸ਼ਨ ਤੇ ਹੋਰ ਵੀ ਜਿਹੜੀ ਚੀਜ਼ਾਂ ਹੋਈਆਂ, ਗਲੋਬਲਾਈਜੇਸ਼ਨ ਵਗੈਰਾ, ਉਹਦੇ ਕਰਕੇ ਸਮਾਜ ਦਾ ਤਾਣਾ ਬਾਣਾ ਟੁੱਟ ਗਿਆ। ਤੇ ਜਿਹੜਾ ਇਹ ਸਾਡਾ ਇਨੀਸ਼ੀਏਟਿਵ ਹੈ ਖੇਤੀ ਵਿਰਾਸਤ ਮਿਸ਼ਨ ਦਾ, ਤ੍ਰਿੰਜਣ ਇੱਕ ਪੰਜਾਬੀ ਸ਼ਬਦ ਹੈ। ਪਹਿਲਾਂ ਬੀਬੀਆਂ ਬੈਠ ਕੇ ਚਰਖਾ ਕੱਤਦੀ, ਕਢਾਈ ਕਰਦੀ, ਤੇ ਉਹਦੇ ਨਾਲ ਲੋਕ ਗੀਤ ਵੀ ਜੁੜੇ ਹੋਏ ਸੀ, ਬੋਲੀਆਂ ਗਾਉਂਦੀ। ਤੇ ਇਸ ਤਰ੍ਹਾਂ ਇਹ ਜਿਹੜੀ ਗਿਆਨ ਦੀ ਪਰੰਪਰਾ ਹੈ, ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਅੱਗੇ ਜਾਂਦੀ ਰਹਿੰਦੀ, ਤੇ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖਦੇ ਰਹਿੰਦੇ, ਆਪਣੇ ਨੌਜਵਾਨਾਂ ਨੂੰ ਸਿਖਾਉਂਦੇ ਰਹਿੰਦੇ। ਪਰ ਹੁਣ ਇਹ ਸਾਰਾ ਤਾਣਾ ਬਾਣਾ ਟੁੱਟ ਗਿਆ, ਬਿਖਰ ਗਿਆ। ਤੇ ਇਹਦੇ ਵਿੱਚ ਜਿਹੜੀ ਇੱਕ ਇੰਪੋਰਟੈਂਟ ਭੂਮਿਕਾ ਨਿਭਾਈ ਹੈ, ਉਹ ਹੈਗੇ ਕੁਦਰਤੀ ਖੇਤੀ ਵਾਲੇ ਕਿਸਾਨ, ਜਿਹੜੇ ਕੁਦਰਤੀ ਤਰੀਕੇ ਨਾਲ ਖੇਤੀ ਕਰਦੇ ਆ। ਉਹ ਭੋਜਨ ਤਾਂ ਕੁਦਰਤੀ ਖੇਤੀ ਦੇ ਤਰੀਕੇ ਨਾਲ ਉਗਾਉਂਦੇ ਹੀ ਹੈ, ਪਰ ਜਿਹੜੀ ਸਾਡੀ ਕਪਾਹ ਹੈ, ਦੇਸੀ ਕਪਾਹ, ਉਹ ਵੀ ਉਹਨਾਂ ਨੇ ਕੁਦਰਤੀ ਤਰੀਕੇ ਨਾਲ ਉਗਾਉਣੀ ਸ਼ੁਰੂ ਕੀਤੀ। ਦੇਖੋ ਜੀ, ਕਪਾਹ ਸਾਡੇ ਭਾਰਤ ਦੀ ਹੈਗੀ ਹੈ, ਜਿਹੜਾ ਨਰਮਾ ਹੈਗਾ ਉਹ ਅਮਰੀਕਨ ਨਰਮਾ ਹੈ, ਅਮਰੀਕਨ ਕਾਟਨ ਹੈ, ਇਜਿਪਸ਼ੀਅਨ ਕਾਟਨ ਹੈ। ਬਟ ਸਾਡੇ ਇੱਥੇ ਕਪਾਹ ਹੁੰਦੀ ਸੀ ਜਿਹੜੀ ਸਾਡੇ ਮਾਈਕਰੋ ਕਲਾਈਮੇਟ ਦੇ ਹਿਸਾਬ ਨਾਲ ਸੁਟਿਡ ਹੈ, ਔਰ ਜਿਹਦੇ ਉੱਤੇ ਪੈਸਟ ਅਟੈਕ ਵੀ ਘੱਟ ਹੁੰਦਾ ਹੈ। ਪਰ ਹੌਲੀ ਹੌਲੀ ਕੀ ਹੋਇਆ ਕਿ ਜਿਹੜਾ ਪੰਜਾਬ ਦਾ ਮਾਲਵਾ ਏਰੀਆ ਹੈ, ਜਿਹਨੂੰ ਆਪਾਂ ਕੋਟਨ ਬੈਲਟ ਕਹਿੰਦੇ ਸੀ, ਹੌਲੀ ਹੌਲੀ ਕੈਂਸਰ ਬੈਲਟ ਦੇ ਵਿੱਚ ਕਨਵਰਟ ਹੋ ਗਿਆ। ਉਹ ਕਿਵੇਂ ਹੋਇਆ? ਕਿਉਂਕਿ ਦੇਸੀ ਕਪਾਹ ਦੀ ਜਗ੍ਹਾ ਨਰਮਾ ਆ ਗਿਆ, ਨਰਮੇ ਦੀ ਥਾਂ ਤੇ ਬੀਟੀ ਕਾਟਨ ਆ ਗਈ, ਬੀਟੀ ਨਰਮਾ ਆ ਗਿਆ। ਔਰ ਬੀਟੀ ਨਰਮੇ ਦੇ ਅੰਦਰ ਪਹਿਲਾਂ ਤੋਂ ਹੀ ਇੱਕ ਜ਼ਹਿਰ ਹੈ, ਠੀਕ ਹੈ। ਤਾਂ ਜੇ ਉਹ ਜ਼ਹਿਰ ਹੈ, ਉਹ ਬਣਾਇਆ ਤਾਂ ਇਸ ਲਈ ਗਿਆ ਸੀ ਕਿ ਉਹ ਪੈਸਟ ਨੂੰ ਉਹਦੇ ਉੱਤੋਂ ਆਉਣ ਤੇ ਰੋਕੇਗਾ। ਪਰ ਹੌਲੀ ਇੱਥੇ ਜੇ ਹੋਰ ਰਿਫਾਈਂਡ ਕਰ ਦਈਏ ਤਾਂ ਉਹਦੇ ਬੀਜ ਨੂੰ ਹੀ ਜ਼ਹਿਰੀਲਾ ਕਰ ਦਿੱਤਾ ਗਿਆ ਸੀ, ਤਾਂ ਕਿ ਜਿਹੜਾ ਪੌਦਾ ਨਿਕਲੇਗਾ ਉਹਦੇ ਵਿੱਚੋਂ, ਤੇ ਉਹਦੇ 'ਚ ਜੇ ਕੋਈ ਪੈਸਟ ਆਏਗਾ ਜਾਂ ਕੋਈ ਜਾਨਵਰ ਉਹਨੂੰ ਖਾਏਗਾ ਤਾਂ ਉਹ ਮਰ ਜਾਏਗਾ। ਉਹ ਰਾਈਟ, ਦੈਟ ਇਜ਼ ਰਾਈਟ ਜਿਹੜਾ ਤੁਸੀਂ ਕਿਹਾ। ਪਰ ਹੌਲੀ ਹੌਲੀ ਅਸੀਂ ਕੀ ਦੇਖਿਆ ਕਿ ਉਹ ਪੈਸਟ ਹੋਰ ਉਹਦੇ ਉੱਤੇ ਆਣੇ ਸ਼ੁਰੂ ਹੋ ਗਏ। ਜਿਸ ਪੈਸਟ ਦੇ ਲਈ ਅਸੀਂ ਉਹਨੂੰ ਰੋਕਿਆ ਸੀ, ਉਹ ਤਾਂ ਜੀ, ਤੇ ਉਹਦੀ ਜਗ੍ਹਾ ਹੋਰ ਆਣੇ ਸ਼ੁਰੂ ਹੋ ਗਏ, ਔਰ ਉਹਦੀ ਥਾਂ ਅਸੀਂ ਹੋਰ ਸਪਰੇਆਂ ਕੀਤੀਆਂ, ਹੋਰ ਕੈਮੀਕਲ ਪੈਸਟੀਸਾਈਡ ਵਰਤੇ। ਤਾਂ ਜਦੋਂ ਕੈਮੀਕਲ ਪੈਸਟੀਸਾਈਡ ਇੰਨੇ ਜ਼ਿਆਦਾ ਵਰਤ ਲਏ ਤਾਂ ਸਾਡੀ ਮਿੱਟੀ, ਪਾਣੀ, ਹਵਾ ਸਭ ਜ਼ਹਿਰੀਲਾ ਹੋ ਗਿਆ, ਔਰ ਫਾਰਮਰਸ ਨੂੰ ਉਹਦੀ ਬਹੁਤ ਵੱਡੀ ਕੀਮਤ ਚੁਕਾਣੀ ਪਈ। ਤੁਸੀਂ ਦੇਖੋਗੇ ਕਿ ਕਾਟਨ ਇੱਕ ਐਸੀ ਕ੍ਰੌਪ ਹੈ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਪੈਸਟੀਸਾਈਡ ਦਾ ਇਸਤੇਮਾਲ ਹੁੰਦਾ ਹੈ, ਔਰ ਸਭ ਤੋਂ ਜ਼ਿਆਦਾ ਫਾਰਮਰ ਸੁਸਾਈਡ ਵੀ ਕਾਟਨ ਦੇ ਏਰੀਆ ਦੇ ਵਿੱਚ ਹੈਗੇ ਆ। ਸਭ ਤੋਂ ਜ਼ਿਆਦਾ ਜਿਹੜਾ ਡੈਟ ਹੈ, ਸਭ ਤੋਂ ਜ਼ਿਆਦਾ ਜਿਹੜਾ ਕਰਜ਼ ਹੈ, ਉਹ ਵੀ ਕਾਟਨ ਦੇ ਕਿਸਾਨਾਂ ਤੇ ਹੈਗਾ। ਤਾਂ ਸਾਨੂੰ ਕਿਤੇ ਨਾ ਕਿਤੇ ਇਹ ਗੱਲ ਸਮਝ ਆਈ ਕਿ ਕਿਸਾਨ ਇੱਕ ਪਾਸੇ ਤੇ ਕਾਰੀਗਰ ਦੂਜੇ ਪਾਸੇ, ਕਿਉਂਕਿ ਕਾਟਨ ਐਸੀ ਕ੍ਰੌਪ ਹੈ ਜਿਹਨੂੰ ਅਸੀਂ ਖਾ ਨਹੀਂ ਸਕਦੇ, ਉਹਨੂੰ ਅਸੀਂ ਅੱਗੇ ਪ੍ਰੋਸੈਸ ਕਰਨਾ ਹੁੰਦਾ। ਪ੍ਰੋਸੈਸ ਕਰਕੇ ਇਹ ਜਿਵੇਂ ਤੁਸੀਂ ਦੇਖ ਰਹੇ ਹੋ, ਇਹ ਸਾਡੇ ਕੋਲ ਸਾਡੀ ਚਿੱਟੀ ਕਪਾਹ ਹੈਗੀ ਹੈ, ਤੇ ਇਹ ਸਾਡੇ ਕੋਲ ਸਾਡੀ ਖਾਕੀ ਕਪਾਹ ਹੈਗੀ ਹੈ। ਖਾਕੀ ਕਪਾਹ ਸਾਡੇ ਖੇਤਾਂ ਦੇ ਵਿੱਚ ਹੁੰਦੀ ਹੈ। ਸਾਡੇ ਕੋਲ ਚਿੱਟੀ ਕਪਾਹ ਇਹ ਉਹ ਹੈ ਜਿਹੜੀ ਕਿ ਜ਼ਹਿਰ ਮੁਕਤ ਹੈ, ਇਹ ਖਾਕੀ ਵੀ। ਇਹ ਸਾਡੇ ਕਿਸਾਨ ਹੈਗੇ ਆ ਸੁਰਿੰਦਰਪਾਲ ਸਿਆਗ, ਅਬੋਹਰ ਦੇ ਵਿੱਚ ਇੱਕ ਪਿੰਡ ਹੈਗਾ ਢਿੰਗਾ ਵਾਲੀ, ਇਹ ਉਹਨਾਂ ਦੇ ਖੇਤ ਤੋਂ ਆਈ ਹੋਈ ਹੈ, ਠੀਕ ਹੈ ਜੀ। ਤਾਂ ਇਹ ਅਸੀਂ ਸੋਚਿਆ ਕਿ ਇੱਕ ਪਾਸੇ ਤਾਂ ਕਿਸਾਨ ਕਾਟਨ ਲਗਾ ਰਿਹਾ, ਉਹਨੂੰ ਮਾਰਕੀਟਿੰਗ ਨਹੀਂ ਮਿਲ ਰਹੀ, ਤੇ ਦੂਜੇ ਪਾਸੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਾਰੀਗਰ ਹੁੰਦੇ ਸੀ, ਜਿਹੜੇ ਕਤਾਈ ਕਰਦੇ ਸੀ, ਬੁਨਕਰ ਹੁੰਦੇ ਸੀ, ਜੁਲਾਹੇ ਹੁੰਦੇ ਸੀ, ਤਾਂ ਉਹ ਸਾਰੇ ਖਤਮ ਹੋ ਰਹੇ ਹੈ। ਮਤਲਬ ਇਹ ਕੜੀਆਂ ਟੁੱਟਦੀ ਜਾ ਰਹੀਆਂ। ਤੇ ਆਪਾਂ ਜੇ ਇਹਨੂੰ ਹੈਲਥ ਅਤੇ এনवायरमेंट ਦੇ ਨਾਲ ਜੋੜੀਏ ਤਾਂ ਜਿਹੜੀ ਸਾਡੀ ਦੇਸੀ ਕਪਾਹ ਹੈਗੀ ਹੈ, ਉਹਦੇ ਤੇ ਪੈਸਟ ਅਟੈਕ ਵੀ ਘੱਟ ਹੈ, ਉਹਨੂੰ ਪਾਣੀ ਵੀ ਘੱਟ ਲੱਗਦਾ ਹੈ, ਤੇ ਜਿਹੜਾ ਸਾਡਾ ਮਾਈਕਰੋ ਕਲਾਈਮੇਟ ਹੈ ਉਹਦੇ ਹਿਸਾਬ ਨਾਲ ਸੁਟਿਡ ਹੈ। ਪਰ ਜਿਹੜੀ ਇਹ ਬੀਟੀ ਕਾਟਨ ਹੈ, ਜਿਵੇਂ ਕਿ ਅਸੀਂ ਗੱਲ ਕੀਤੀ, ਇਹਦੇ ਅੰਦਰ ਹੀ ਜ਼ਹਿਰ ਹੈ। ਤਾਂ ਇਹ ਜਿਹੜੀ ਇੰਨੀ ਸਾਰੀ ਸਕਿਨ ਐਲਰਜੀਜ਼ ਅੱਜਕੱਲ ਹੋ ਰਹੀ ਹੈ, ਚਮੜੀ ਦੇ ਰੋਗ ਹੋ ਰਹੇ ਹੈ, ਕੈਂਸਰ ਹੋ ਰਹੇ ਹੈ ਤਰ੍ਹਾਂ ਤਰ੍ਹਾਂ ਦੇ, ਤਾਂ ਇਹ ਸਾਡਾ ਖਾਣ ਪੀਣ ਦੇ ਨਾਲ ਨਾਲ ਜਿਹੜਾ ਕੱਪੜਾ ਹੈ, ਜੀਵਨ ਸ਼ੈਲੀ ਹੈ, ਉਹਦੇ ਨਾਲ ਵੀ ਜੁੜਿਆ ਹੋਇਆ। ਦੂਜੀ ਇਹਦੇ ਵਿੱਚ ਇੰਪੋਰਟੈਂਟ ਚੀਜ਼ ਇਹ ਹੈ, ਜਿਹੜੇ ਲੋਕ ਕਪਾਹ ਚੁਗਦੇ ਹੈ ਜਾਂ ਨਰਮਾ ਚੁਗਦੇ ਹੈ, ਉਹ ਅਜੇ ਵੀ ਸਾਡੇ ਦੇਸ਼ ਦੇ ਵਿੱਚ ਮੈਨੂਅਲ ਹੈ, ਅਜੇ ਮਸ਼ੀਨਾਂ ਨਹੀਂ ਆਈ, ਹੱਥਾਂ ਨਾਲ ਚੁਗਦੇ ਹੈ। ਤਾਂ ਜਿਹੜੇ ਲੋਕ ਇਹ ਹੱਥਾਂ ਨਾਲ ਚੁਗਦੇ ਹੈ, ਉਹਨਾਂ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਦਿੱਕਤਾਂ ਪਾਈ ਗਈਆਂ। ਜਿਹੜੇ ਬੀਟੀ ਕਾਟਨ ਚੁਗਦੇ ਹੈ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ, ਅਲਰਜੀਜ਼, ਇਰੀਟੇਸ਼ਨ, ਰੈਸ਼ਿਜ਼, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਦੇਖੀ ਗਈ ਹੈ, ਜਦੋਂ ਕਿ ਸਾਡੀ ਦੇਸੀ ਕਪਾਹ ਦੇ ਵਿੱਚ ਇਹ ਸਾਰਾ ਨਹੀਂ ਹੁੰਦਾ। ਤ੍ਰਿੰਜਣ ਦਾ ਕੰਮ ਅਸੀਂ ਆਪਣੇ ਪਿੰਡ ਨੂੰ ਸਮਝਣ ਲਈ ਕੀਤਾ, ਖਾਸ ਕਰ ਮਹਿਲਾਵਾਂ ਨੂੰ, ਕਿਉਂਕਿ ਅਸੀਂ ਜਦੋਂ ਖੇਤੀ ਦੀ ਗੱਲ ਕਰਦੇ ਹਾਂ, ਖਾਸ ਕਰ ਪੰਜਾਬ ਦੀ ਖੇਤੀ, ਤਾਂ ਅਸੀਂ ਆਦਮੀਆਂ ਦੀ ਗੱਲ ਕਰਦੇ ਹਾਂ, ਹੈ ਨਾ। ਉਹਦੇ ਵਿੱਚੋਂ ਔਰਤਾਂ ਨੂੰ ਤਾਂ ਅਸੀਂ ਬਾਹਰ ਹੀ ਕੱਢਤਾ, ਕਿਉਂਕਿ ਹੈਵੀ ਮੈਕਨਾਈਜੇਸ਼ਨ ਹੋ ਗਿਆ, ਸਾਰੀ ਸਾਡੀ ਖੇਤੀ ਜਿਹੜੀ ਹੈ ਉਹ ਮਾਰਕੀਟ 'ਤੇ ਨਿਰਭਰ ਹੋ ਗਈ, ਤਾਂ ਇੱਕ ਔਰਤ ਨੂੰ ਉਹਦੇ ਵਿੱਚ ਥਾਂ ਨਹੀਂ ਮਿਲਦੀ ਹੈ। ਪਰ ਜਿਹੜਾ ਇਹ ਸਾਰਾ ਰੋਜ਼ਗਾਰ ਦਾ ਕੰਮ ਹੈ, ਜਿਹੜਾ ਇਹ ਹੁਨਰ ਦਾ ਕੰਮ ਹੈ, ਰਚਨਾ ਦਾ ਕੰਮ ਹੈ, ਇਹ ਮਹਿਲਾਵਾਂ ਜ਼ਿਆਦਾ ਕਰਦੀਆਂ, ਔਰ ਇੱਕ ਮਹਿਲਾ ਜ਼ਿੰਮੇਵਾਰੀ ਨਾਲ ਕਰਦੀ ਹੈ, ਕਿਉਂਕਿ ਉਹ ਇਹਦੇ ਵਿੱਚ ਆਪਣੇ ਇਮੋਸ਼ਨਸ ਵੀ ਪਾਉਂਦੀ ਹੈ। ਇਹ ਜਿਹੜੀ ਤੁਸੀਂ ਦਰੀਆਂ ਦੇਖ ਰਹੇ ਹੋ, ਸਾਡੇ ਇੱਥੇ ਰਿਵਾਜ ਹੁੰਦਾ ਸੀ ਕਿ ਹਰ ਮਾਂ ਆਪਣੀ ਬੇਟੀ ਨੂੰ 5 ਦਰੀਆਂ, 10 ਦਰੀਆਂ
11 ਦਰੀਆਂ, ਇੰਨੇ ਖੇਸ, ਇੰਨੇ ਗਦੈਲੇ, ਇੰਨੇ ਛਾਬੇ ਛਿੱਕੂ, ਇਹ ਦੇਗੀ। ਸਾਡਾ ਇਹ ਕਲਚਰ ਸੀ, ਸਾਡਾ ਇਹ ਟ੍ਰੈਡੀਸ਼ਨ ਸੀ। ਪਰ ਦਾਜ ਦੇ ਵਿੱਚ ਦਿੱਤੇ ਜਾਂਦੇ ਹੁੰਦੇ ਸੀ। ਹਾਂਜੀ, ਇਹ ਸਿਰਫ ਦੇਣ ਲੈਣ ਦਾ ਇੱਕ ਜ਼ਰੀਆ ਨਹੀਂ ਸੀ, ਪਰ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ, ਆਪਣੇ ਮੋਹ ਪਿਆਰ ਨੂੰ, ਉਸ ਮਮਤਾ ਨੂੰ, ਉਹ ਕਦਰਾਂ ਕੀਮਤਾਂ ਦਾ ਇੱਕ ਪ੍ਰਤੀਕ ਸੀ। ਪਰ ਇਹ ਸਾਰੀ ਚੀਜ਼ ਅਸੀਂ ਬਾਜ਼ਾਰ ਦੇ ਨਾਲ ਜੋੜਤੀ ਤੇ ਹੁਣ ਅਸੀਂ ਬਾਜ਼ਾਰ ਤੋਂ ਹੀ ਖਰੀਦਦੇ ਹਾਂ ਤੇ ਬਾਜ਼ਾਰ ਦੇ ਵਿੱਚ ਹੀ ਵੇਚਦੇ ਹਾਂ। ਇਹਦੇ ਨਾਲ ਜਿਹੜਾ ਸਾਡੇ ਹੱਥ ਦੇ ਵਿੱਚ ਹੁਨਰ ਸੀ, ਜਿਹੜੀ ਸਾਡੀ ਕਲਾ ਸੀ, ਉਹ ਵੀ ਸਾਰੀ ਖਤਮ ਹੋ ਗਈ। ਤਾਂ ਤ੍ਰਿੰਜਨ ਸਾਡਾ ਇੱਕ ਐਸਾ ਪ੍ਰਕਲਪ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਤ੍ਰਿੰਜਨ ਇਜ਼ ਵੀਵਿੰਗ ਦਾ ਸੋਸ਼ਲ ਫੈਬਰਿਕ। ਮੈਂ ਰਿਪੀਟ ਕਰਦੀ ਹਾਂ, ਤ੍ਰਿੰਜਨ ਇਜ਼ ਵੀਵਿੰਗ ਦਾ ਸੋਸ਼ਲ ਫੈਬਰਿਕ ਵਿਦ ਕੰਪੈਸ਼ਨੇਟ ਵਾਰਪ ਐਂਡ ਡੈਡੀਕੇਟਿਡ ਵੈਫਟ। ਇਹ ਸਮਾਜ ਦੇ ਤਾਨੇ ਬਾਣੇ ਦੀ ਗੱਲ ਹੈ, ਇਹ ਸਾਡੇ ਸਮਾਜ ਦੇ ਕਦਰਾਂ ਕੀਮਤਾਂ ਦੀ ਗੱਲ ਹੈ। ਇਹ ਜਿਹੜਾ ਵਾਰਪ ਐਂਡ ਵੈਫਟ, ਇਹ ਅੰਗਰੇਜ਼ੀ ਦਾ ਸ਼ਬਦ ਹੈ। ਵਾਰਪ ਮਤਲਬ ਤਾਨਾ, ਵੈਫਟ ਮਤਲਬ ਬਾਣਾ। ਤਾਂ ਇਹ ਸਿਰਫ ਕੱਪੜੇ ਦਾ ਤਾਨਾ ਬਾਣਾ ਨਹੀਂ ਹੈ, ਇਹ ਜਿਹੜੀ ਸਾਡੀ ਸਮਾਜ ਦੇ ਅਲੱਗ-ਅਲੱਗ ਲੋਕ ਹੈ, ਉਹਦੇ ਵਿੱਚ ਲੱਕੜ ਦਾ ਕੰਮ ਕਰਨ ਵਾਲੇ, ਲੋਹੇ ਦਾ ਕੰਮ ਕਰਨ ਵਾਲੇ, ਕਿਸਾਨ, ਕਾਰੀਗਰ, ਹਰ ਤਰ੍ਹਾਂ ਦੇ ਲੋਕ ਉਹਦੇ ਵਿੱਚ ਸ਼ਾਮਿਲ ਹੈ। ਕਿਉਂਕਿ ਅਗਰ ਕੋਈ ਚਰਖਾ ਤੁਸੀਂ ਦੇਖੋਗੇ, ਚਰਖੇ ਦੇ ਵਿੱਚ ਲੋਹੇ ਦਾ ਕੰਮ ਵੀ ਹੈ, ਲੱਕੜ ਦਾ ਕੰਮ ਵੀ ਹੈ, ਚਮੜੇ ਦਾ ਕੰਮ ਵੀ ਹੈ। ਉਹ ਜਿਹੜੀ ਉਹਦੇ ਵਿੱਚ ਚਰਮਖਾ ਪੈਂਦੀ ਹੈ ਤਕਲੇ ਨੂੰ ਨਾਲ ਜੋੜਨ ਲਈ, ਉਹ ਚਮੜੇ ਦੀ ਬਣੀ ਹੋਈ ਹੈ। ਤਾਂ ਸਾਡੀ ਜਿਹੜੀ ਸੰਸਕ੍ਰਿਤੀ ਸੀ, ਸਾਡੇ ਜਿਹੜੇ ਪਿੰਡ ਸੀ, ਸਾਡੇ ਜਿਹੜੇ ਤਿਉਹਾਰ ਸੀ, ਉਹ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਔਰ ਉਹਦੇ ਵਿੱਚ ਇੱਕ ਉਤਸਵ, ਇੱਕ ਫੈਸਟੀਵਿਟੀ, ਇੱਕ ਉਤਸ਼ਾਹ ਉਹਦਾ ਪ੍ਰਤੀਕ ਸੀ। ਇਸੇ ਕਰਕੇ ਅਸੀਂ ਇਸ ਇਵੈਂਟ ਦਾ ਨਾਮ ਵੀ ਕੁਦਰਤ ਉਤਸਵ ਰੱਖਿਆ, ਕਿਉਂਕਿ ਜੇ ਜ਼ਿੰਦਗੀ ਦੇ ਵਿੱਚ ਉਤਸ਼ਾਹ ਨਹੀਂ ਹੋਏਗਾ, ਕੋਈ ਪ੍ਰੇਰਨਾ ਨਹੀਂ ਹੋਏਗੀ, ਤਾਂ ਬੜਾ ਨੀਰਸ ਹੋ ਜਾਂਦਾ ਹੈ। ਤੇ ਇਹਦੇ ਵਿੱਚ ਜਿਹੜਾ ਲੋਕ ਗੀਤ ਹੈ, ਦਰੀਆਂ ਤੇ ਕਿੰਨੀ ਬੋਲੀਆਂ ਬਣੀ ਹੋਈਆਂ, ਬੀਬੀਆਂ ਇਕੱਠੀ ਬੈਠ ਕੇ ਲੋਕ ਗੀਤ ਗਾਉਂਦੀ, ਉਹਨੂੰ ਇੰਜੋਏ ਕਰਦੀ। ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਇਹਦੇ ਵਿੱਚ ਅਸੀਂ ਕਲਚਰਲ ਐਸਪੈਕਟ ਕੰਸੀਡਰ ਕੀਤਾ ਹੈ, ਇਕੋਲੋਜੀਕਲ, ਹੈਲਥ, ਸੋਸ਼ਲ ਔਰ ਇਕਨੋਮਿਕ ਆਲਸੋ, ਕਿਉਂਕਿ ਜਿਹੜੀਆਂ ਬੀਬੀਆਂ ਇਹ ਘਰ ਬੈਠ ਕੇ ਕੰਮ ਕਰਦੀਆਂ ਤਾਂ ਇਹਨਾਂ ਨੂੰ 4 ਪੈਸੇ ਬਣ ਜਾਂਦੇ, ਉਹਨਾਂ ਨੂੰ ਰੁਜ਼ਗਾਰ ਵੀ ਮਿਲਦਾ। ਹਾਲਾਂਕਿ ਬਹੁਤ ਜ਼ਿਆਦਾ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਹੈ, ਪਰ ਉਹ ਇਸ ਕਲਾ ਨੂੰ ਜ਼ਿੰਦਾ ਕਰਨ ਦੇ ਵਿੱਚ ਵੀ ਯੋਗਦਾਨ ਪਾ ਰਹੀ ਹੈ ਤੇ ਉਹਨਾਂ ਨੂੰ 4 ਪੈਸੇ ਹੱਥ ਦੇ ਵਿੱਚ ਵੀ ਆ ਜਾਂਦੇ ਆ, ਜਿਹੜੇ ਕਿ ਉਹਨਾਂ ਨੂੰ ਆਪਣੇ ਬੰਦਿਆਂ ਤੋਂ ਜਾਂ ਘਰ ਦੇ ਹੋਰ ਜੀਆਂ ਤੋਂ ਮੰਗਣੇ ਨਹੀਂ ਪੈਂਦੇ। ਤਾਂ ਇਸ ਤਰ੍ਹਾਂ ਕਰਕੇ ਸਾਡਾ ਤ੍ਰਿੰਜਨ ਦਾ ਕਨਸੈਪਟ ਹੈ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਵੀ ਜੋੜਨਾ ਚਾਹੁੰਦੇ ਹਾਂ, ਆਪਣੇ ਬਜ਼ੁਰਗਾਂ ਤੋਂ ਸਿੱਖਣਾ ਵੀ ਚਾਹੁੰਦੇ ਹਾਂ ਕਿ ਇੱਕ ਇਨਸਾਨ ਦੀ ਕੀ ਹੋਂਦ ਹੈ ਇਸ ਧਰਤੀ ਦੇ ਉੱਤੇ, ਉਹ ਕਿਉਂ ਆਇਆ ਹੈ, ਉਹਦੀ ਆਤਮਾ ਕੀ ਕਹਿੰਦੀ ਹੈ। ਅੱਛਾ, ਤੁਸੀਂ ਮੈਨੂੰ ਹੁਣ ਥੋੜਾ ਜਿਹਾ ਇਹ ਦੱਸੋ ਕਿ ਜਿਹੜੇ ਆ ਤੁਸੀਂ ਡਿਸਪਲੇ ਕੀਤਾ ਹੋਇਆ, ਜੋ ਵੀ ਹੁਣ ਤੁਸੀਂ ਦਰੀਆਂ ਵੀ ਹੈਗੀਆਂ ਨੇ ਤੁਹਾਡੇ ਕੋਲੇ, ਹੈ ਨਾ, ਤੁਸੀਂ ਛਿੱਕੂ ਵੀ ਹੈਗੇ ਨੇ, ਛਾਬੇ ਵੀ ਹੈਗੇ ਨੇ, ਥੋੜਾ ਜਿਹਾ ਇਹਨਾਂ ਦੇ ਡਿਟੇਲ ਦਿਓਗੇ ਵੀ ਇਹ ਹੋਰਾਂ ਚੀਜ਼ਾਂ ਨਾਲੋਂ ਕਿਵੇਂ ਡਿਫਰੈਂਟ ਹੈ? ਇੱਕ ਨੰਬਰ, ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਸਵਾਲ ਜਾਣਨਾ ਚਾਹਾਂਗਾ ਕਿ ਤੁਸੀਂ ਇਹ ਗੱਲ ਕੀਤੀ ਕੈਂਸਰ ਦੀ, ਤੁਸੀਂ ਗੱਲ ਕੀਤੀ ਹੈ ਸਕਿਨ ਡਿਜ਼ੀਜ਼ ਦੀ, ਕੀ ਕਿਸੇ ਰਿਸਰਚ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਆਪਾਂ ਕੱਪੜਾ ਕੈਮੀਕਲ ਕਲਰਸ ਦੇ ਨਾਲ ਜਾਂ ਕੈਮੀਕਲ ਰੂਪੀ ਸਿਸਟਮ ਦੇ ਵਿੱਚੋਂ ਨਿਕਲ ਕੇ ਆਏ ਕੱਪੜਾ ਜਿਹੜਾ ਆਪਾਂ ਪਾ ਰਹੇ ਹਾਂ, ਉਹ ਵੀ ਇੱਕ ਕਾਰਨ ਬਣਦਾ ਬਿਮਾਰੀਆਂ ਦਾ ਜਾਂ ਕੈਂਸਰ ਦਾ ਉਹਦਾ? देखो, ऐसे बहुत सारे रिसर्चेस भी हैं, ऐसे बहुत सारे इंडिविजुअल एक्सपीरियंस भी हैं जिथे लोग कहते हैं कि सानू सुत्ती कपड़ा चाहिदा सी, और सुत्ती कपड़ा जदों बीटी कॉटन वाला पाते सी तां उन्हां दी उस स्किन ते फिर भी उहदा असर जिहड़ा सीगा ਉਹ ਖਤਮ ਨਹੀਂ ਹੁੰਦਾ ਸੀ। ਪਰ ਜਦੋਂ ਉਹਨਾਂ ਨੇ ਆਰਗੈਨਿਕ ਕੱਪੜੇ ਤੇ ਸ਼ਿਫਟ ਕੀਤਾ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋਈ। ਤੇ ਦੂਜਾ ਇਹਦੇ ਵਿੱਚ ਹੈਗਾ ਰੰਗਾਈ ਦਾ ਫੈਕਟਰ, ਜਿਹੜਾ ਅਸੀਂ ਰੰਗ ਕਰਦੇ ਹਾਂ ਕੱਪੜੇ ਤੇ। ਤੁਸੀਂ ਦੇਖਿਆ ਹੋਵੇਗਾ ਰਾਜਸਥਾਨ ਦੇ ਵਿੱਚ ਰੰਗਾਈ ਦਾ ਇੱਕ ਬਹੁਤ ਵੱਡਾ ਖੇਤਰ ਹੈ, ਉੱਥੇ ਰੰਗਾਈ ਦਾ ਕੰਮ ਹੁੰਦਾ ਹੈ। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है
कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस की नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਤੇ ਰੰਗਾਈ ਦਾ ਜਿਹੜਾ ਪਾਣੀ ਹੈਗਾ ਹੈ ਇਹ ਸਾਡਾ ਵਾਟਰ ਬਾਡੀਜ਼ ਦੇ ਵਿੱਚ ਜਾਂਦਾ ਹੈ, ਧਰਤੀ ਦੇ ਵਿੱਚ ਜਾਂਦਾ ਹੈ, ਸਾਰਾ ਜ਼ਹਿਰੀਲਾ ਕਰਦਾ ਹੈ ਇੱਕ ਤਰ੍ਹਾਂ ਨਾਲ। ਤਾਂ ਸਾਨੂੰ ਇਕੋ ਫ੍ਰੈਂਡਲੀ ਹੋਣ ਦੀ ਜ਼ਰੂਰਤ ਤਾਂ ਹੈ ਹੀ ਹੈ, ਕਿਉਂਕਿ ਇਕੋ ਫ੍ਰੈਂਡਲੀਨੈਸ ਔਰ ਹੈਲਥ ਇਹ ਡਾਇਰੈਕਟ ਆਪਸ ਦੇ ਵਿੱਚ ਜੁੜੇ ਹੋਏ ਆ। ਪਰ ਜਿਹੜੀ ਸਾਡੀ ਪਿੰਡ ਦੀ ਇਕਾਈ ਹੈ, ਪਿੰਡ ਐਜ਼ ਐਨ ਇਕਾਈ, ਔਰ ਉਹਦੇ ਵਿੱਚ ਜਿਹੜੇ ਅਲੱਗ-ਅਲੱਗ ਸਾਡੇ ਆਕੂਪੇਸ਼ਨ ਹੈ, ਸਾਨੂੰ ਉਹਨਾਂ ਨੂੰ ਵੀ ਧਿਆਨ ਦੇਣਾ ਪਏਗਾ, ਕਿਉਂਕਿ ਅਸੀਂ ਸਿਰਫ ਇੱਕ ਸੈਕਟਰ ਦੀ ਗੱਲ ਨਹੀਂ ਕਰ ਸਕਦੇ, ਸਾਨੂੰ ਸਾਰਿਆਂ ਨੂੰ ਆਪਣੇ ਨਾਲ ਕੰਸੀਡਰ ਕਰਕੇ ਚੱਲਣਾ ਪਏਗਾ। ਅੱਛਾ, ਇੱਕ ਚੀਜ਼ ਹੁਣ ਤੁਸੀਂ ਮੈਂ ਭੰਬਲ ਭੂਸਾ ਪੈ ਜਾਣਾ ਲੋਕਾਂ ਨੂੰ ਕਿ ਤੁਸੀਂ ਕਹਿਤਾ ਵੀ ਇਹ ਆਰਗੈਨਿਕ ਨਹੀਂ ਹੈਗਾ, ਆਹ ਆਰਗੈਨਿਕ ਹੈ। ਤੁਹਾਡੀ ਗੱਲ ਸੁਣ ਲਈ, ਦਿਮਾਗ ਦੇ ਵਿੱਚ ਦੋ ਰਾਏ ਬਣ ਗਈ ਵੀ ਇਹ ਜਿਹੜਾ ਦੂਜਾ ਹੁੰਦਾ ਕੈਮੀਕਲ ਵਾਲਾ ਹੋਏਗਾ ਉਹ ਖਰਾਬੀ ਕਰੇਗਾ, ਪੈਸਟ ਵਾਲਾ ਜਿਹੜਾ ਜ਼ਹਿਰ ਪਏ ਹੋਣਗੇ ਉਹ ਖਰਾਬ ਕਰੇਗਾ, ਜਿਹੜਾ ਆਰਗੈਨਿਕ ਹੋਏਗਾ ਉਹ ਫਾਇਦਾ ਕਰੇਗਾ। ਹੁਣ ਆਮ ਬੰਦੇ ਨੂੰ ਕੀ ਪਤਾ ਵੀ ਕਿਹੜਾ ਆਰਗੈਨਿਕ ਹੈ ਤੇ ਕਿਹੜਾ ਜਿਹੜਾ ਉਹ ਪੈਸਟੀਸਾਈਡ ਵਾਲਾ ਹੈਗਾ। ਉਹ ਇਸ ਦੀ ਪਛਾਣ ਜੇ ਕਰਨੀ ਹੋਵੇ, ਕੁਝ ਪਾਰਟਿਕੂਲਰ ਇਸ ਚੀਜ਼ ਦੀ ਪਛਾਣ ਹੋ ਸਕਦੀ ਕਿਵੇਂ ਆਮ ਬੰਦੇ ਨੂੰ? ਦੇਖੋ, ਉਮੇਂਦਰ ਜੀ ਇਹਦੇ ਲਈ ਇੱਕ ਬਹੁਤ ਵਧੀਆ ਗੱਲ ਕਹਿੰਦੇ ਆ। ਜਿਵੇਂ ਅਸੀਂ ਕਹਿੰਦੇ ਆ ਕਿ ਸਾਡਾ ਫੈਮਿਲੀ ਡਾਕਟਰ ਹੈ, ਅਸੀਂ ਬਿਮਾਰ ਹੋ ਜਾਂਦੇ ਆ ਤਾਂ ਸਾਡਾ ਇੱਕ ਫੈਮਿਲੀ ਡਾਕਟਰ ਹੁੰਦਾ ਜਿਹਦੇ ਕੋਲ ਅਸੀਂ ਜਾਂਦੇ ਆ। ਤਾਂ ਕਿਆ ਅਸੀਂ ਇੱਕ ਫੈਮਿਲੀ ਫਾਰਮਰ ਅਡਾਪਟ ਕਰ ਸਕਦੇ ਹਾਂ? ਠੀਕ ਹੈ, ਜੇ ਸਾਡੇ ਕੋਲ ਆਪਣਾ ਫਾਰਮਰ ਹੋਏਗਾ, ਸਾਨੂੰ ਰੋਜ਼ ਦੀ ਜਿਹੜੀ ਸਬਜ਼ੀ ਚਾਹੀਦੀ ਹੈ, ਦਾਲਾਂ ਚਾਹੀਦੀਆਂ, ਤੇਲ, ਅਨਾਜ ਜੋ ਵੀ ਚਾਹੀਦਾ ਅਸੀਂ ਉਸ ਫਾਰਮਰ ਤੋਂ ਲੈ ਸਕਦੇ ਹਾਂ, ਉਹਦੇ ਖੇਤ ਜਾ ਕੇ ਵਿਜ਼ਿਟ ਕਰ ਸਕਦੇ ਹਾਂ। ਤਾਂ ਇਹ ਇੱਕ ਟਰਸਟ ਬਿਲਡਿੰਗ ਦੀ ਵੀ ਪ੍ਰੋਸੈਸ ਹੈ। ਜੇ ਤੁਹਾਨੂੰ ਮੇਰੇ ਉੱਤੇ ਟਰਸਟ ਹੋਏਗਾ, ਹੈ ਨਾ, ਤਾਂ ਤੁਸੀਂ ਮੇਰੇ ਕੋਲ ਹੀ ਆਓਗੇ, ਤੁਸੀਂ ਕਿਸੇ ਹੋਰ ਦੇ ਕੋਲ ਨਹੀਂ ਜਾਓਗੇ। ਤੇ ਦੂਜਾ ਇਹਦੇ ਵਿੱਚ ਹੈਗਾ ਸਰਟੀਫਿਕੇਸ਼ਨ। ਠੀਕ ਹੈ, ਆਰਗੈਨਿਕ ਫਾਰਮਿੰਗ ਦੇ ਵਿੱਚ ਸਰਟੀਫਿਕੇਸ਼ਨ ਹੁੰਦਾ ਹੈ ਕਿ ਤੁਹਾਡਾ ਜਿਹੜਾ ਪ੍ਰੋਡਿਊਸ ਹੈ ਉਹਦੇ ਵਿੱਚ ਕੋਈ ਕੈਮੀਕਲ ਰੈਜ਼ੀਡਿਊ ਨਹੀਂ ਹੈ। ਉਹਦੇ ਪਾਰਟਿਕੂਲਰ ਟੈਸਟ ਹੁੰਦੇ ਆ, ਸੋਇਲ ਦੇ ਟੈਸਟ ਹੁੰਦੇ ਆ। ਉਹ ਇੱਕ ਲੰਬੀ ਚੌੜੀ ਪ੍ਰਕਿਰਿਆ ਹੈ। ਜਾਂ ਤਾਂ ਤੁਸੀਂ ਟਰਸਟ ਦੇ ਬੇਸਿਸ ਤੇ ਕਰ ਲਓ, ਉਹ ਜਿਹੜਾ ਆਪਣਾ ਲੋਕਲ ਲੈਵਲ ਦਾ ਇੱਕ ਛੋਟਾ ਇਕੋਸਿਸਟਮ ਹੈ। ਜੇ ਤੁਸੀਂ ਵੱਡੇ ਸਕੇਲ ਤੇ ਕਰ ਰਹੇ ਹੋ ਤਾਂ ਉਹਦੀ ਟ੍ਰੇਸੇਬਿਲਿਟੀ, ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ, ਸਰਟੀਫਿਕੇਸ਼ਨ, ਇਹ ਸਾਰੇ ਫੈਕਟਰਸ ਕੰਸੀਡਰ ਕਰਨੇ ਪੈਣਗੇ। ਹੁਣ ਉਹ ਅਲੱਗ-ਅਲੱਗ ਆਰਗੇਨਾਈਜੇਸ਼ਨਸ ਜਾਂ ਇੰਡੀਵਿਜੂਅਲਸ ਆਪਣੇ ਤਰੀਕੇ ਨਾਲ ਕਰਦੇ ਆ, ਤੇ ਉਹ ਕੰਜ਼ਿਊਮਰ ਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਫਾਰਮਰ ਜਾਂ ਪ੍ਰੋਡਿਊਸਰ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਬਣਾ ਰਿਹਾ। ਅੱਛਾ, ਹੁਣ ਥੋੜਾ ਜਿਹਾ ਆਪਣੇ ਪ੍ਰੋਡਕਟ ਬਾਰੇ ਵੀ ਦੱਸ ਦਿਓ ਵੀ ਇਹ ਕਿਸ ਤਰ੍ਹਾਂ ਕੀ ਹੈਗਾ ਤੇ ਇਹਦੇ 'ਚ ਕਿਸ ਤਰ੍ਹਾਂ ਬਾਕੀਆਂ ਨਾਲੋਂ ਕਿਵੇਂ ਡਿਫਰੈਂਟ ਹੈ। ਇਹ ਤਾਂ ਜਿਵੇਂ ਤੁਸੀਂ ਕਾਟਨ ਦੇਖੀ ਹੈ, ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਧਾਗਾ ਦਿਖਾਣਾ ਚਾਹੂੰਗੀ। ਇਹ ਜਿਵੇਂ ਚਰਖੇ ਦੇ ਉੱਤੇ ਸੂਤ ਕੱਤਿਆ ਹੋਇਆ, ਠੀਕ ਹੈ ਜੀ। ਚਰਖੇ ਦੇ ਉੱਤੇ ਸੂਤ ਕੱਤਣ ਤੋਂ ਬਾਅਦ ਅਸੀਂ ਇਹਦੀ ਇਸ ਤਰ੍ਹਾਂ ਦੀ ਦਰੀਆਂ ਬਣਾਉਂਦੇ ਹਾਂ। ਇਹ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ, ਸਾਡੇ ਕੁਝ ਪ੍ਰੋਡਕਟਸ ਲੱਗੇ ਹੋਏ ਹੈ।
ਤੇ ਅਸੀਂ ਕੱਪੜਾ ਵੀ ਬਣਾਉਂਦੇ ਹਾਂ ਇਹਦੇ ਵਿੱਚ। ਕੱਪੜੇ ਦੇ ਲਈ ਤੁਹਾਨੂੰ ਉੱਧਰ ਦੇਖਣਾ ਪਏਗਾ। ਥੈਂਕ ਯੂ। ਇਹ ਜਿਹੜਾ ਕੱਪੜਾ ਹੈਗਾ, ਇਹ ਜਿਹੜੀ ਤੁਹਾਨੂੰ ਉਹ ਖਾਕੀ ਰੂੰ ਦਿਖਾਈ ਹੈ ਨਾ, ਉਹਦਾ ਹੀ ਬਣਿਆ ਹੋਇਆ। ਇਹਨੂੰ ਅਸੀਂ ਡਾਈ ਨਹੀਂ ਕੀਤਾ, ਇਹ ਨੈਚੁਰਲ ਕਲਰ ਹੈ ਇਹਦਾ। ਇਹਦੇ ਨਾਲ ਸੂਟ ਵੀ ਬਣ ਸਕਦੇ ਕੱਪੜਾ ਹਰ ਇਹਦੇ ਲਈ ਇਹਦੇ ਨਾਲ ਤੁਸੀਂ ਜੈਕਟ ਬਣਾ ਲਓ, ਟਰਾਊਜ਼ਰ ਬਣਾ ਲਓ, ਕੁਰਤਾ ਬਣਾ ਲਓ, ਕੁਝ ਵੀ ਬਣਾ ਲਓ, ਠੀਕ ਹੈ। ਇਹ ਵਾਈਟ ਫੈਬਰਿਕ ਹੈ, ਇਹ ਵੀ ਖੱਡੀ ਤੇ ਬਣਿਆ ਹੋਇਆ। ਹਾਂਜੀ, ਇਹ ਵਾਈਟ ਰੂੰ ਦਾ ਬਣਿਆ ਹੋਇਆ, ਇਹ ਬਰਾਊਨ ਦਾ ਬਣਿਆ ਹੋਇਆ। ਹਾਂਜੀ, ਤੇ ਹੋਰ ਆ ਜਿਹੜੀਆਂ ਚੀਜ਼ਾਂ ਇਹਨੂੰ ਤਾਂ ਕਲਰ ਕਰਨਾ ਪੈਂਦਾ। ਇਹਨੂੰ ਕਲਰ ਕੀਤਾ ਹੋਇਆ। ਇਹ ਕਲਰ ਕਿਹੜੇ ਕਰਦੇ ਹੋ? ਇਹ ਐਜ਼ੋ ਫ੍ਰੀ ਕਲਰਸ ਹੈ, ਇਹ ਨੈਚੁਰਲ ਕਲਰਸ ਨਹੀਂ ਹੈ ਕੰਪਲੀਟਲੀ, ਕਿਉਂਕਿ ਅਜੇ ਸਾਡੇ ਕੋਲ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਔਰ ਟ੍ਰੇਨਿੰਗ ਨਹੀਂ ਹੈ। ਪਰ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰਾ ਨੈਚੁਰਲ ਵੱਲ ਸ਼ਿਫਟ ਹੋ ਜਾਈਏ। ਪਰ ਇੱਕਦਮ ਤੋਂ ਸਾਡੇ ਲਈ ਉਹ ਪੋਸੀਬਲ ਨਹੀਂ ਹੋ ਪਾ ਰਿਹਾ, ਕਿਉਂਕਿ ਸਾਨੂੰ ਆਪਣੇ ਆਰਟੀਜ਼ਨਸ ਨੂੰ ਵੀ ਸਸਟੇਨ ਕਰਨਾ ਹੈ, ਉਹਨਾਂ ਨੂੰ ਵੀ ਰੈਗੂਲਰ ਕੰਮ ਦੇਣਾ ਹੈ। ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਤਰ੍ਹਾਂ ਦੀ ਪ੍ਰੋਡਕਸ਼ਨ ਕਰੀਏ ਜਿਹੜੀ ਇਕੋਲੋਜੀਕਲੀ ਰਿਸਪੌਂਸਿਬਲ ਹੋਵੇ ਔਰ ਹੈਲਥ ਵਾਈਜ਼ ਰਿਸਪੌਂਸਿਬਲ ਹੋਵੇ। ਖਾਦੀ ਬੋਰਡ ਵੀ ਇਹੋ ਜਿਹਾ ਕੰਮ ਕਰ ਰਿਹਾ, ਖਾਦੀ ਬੋਰਡ ਜਿਹੜਾ ਹੈਗਾ ਉਹ ਵੀ ਇਹੋ ਜਿਹਾ ਹੀ ਕੰਮ ਕਰ ਰਿਹਾ ਹੈਗਾ। ਤਾਂ ਤੁਸੀਂ ਇਹ ਦੱਸੋ ਵੀ ਖਾਦੀ ਬੋਰਡ ਤੋਂ ਆਪਾਂ ਕਿਸ ਤਰ੍ਹਾਂ ਡਿਫਰੈਂਟ ਹੈਗੇ ਆ ਉਹਨਾਂ ਨਾਲੋਂ? ਦੇਖੋ ਜੀ, ਹੁਣ ਖਾਦੀ ਬੋਰਡ ਦਾ ਤਾਂ ਮੈਂ ਕੀ ਕਹਾਂ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਆਰਗੈਨਿਕ ਕਾਟਨ ਹੈ ਨਹੀਂ ਹੈ। ਉਹਨਾਂ ਦੇ ਲਈ ਹਰ ਤਰ੍ਹਾਂ ਦੀ ਕਾਟਨ ਬਰਾਬਰ ਹੈ। ਤੇ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ, ਉਹਨਾਂ ਨੂੰ ਹੈਗਾ ਕਿ ਇੱਕ ਵੱਡਾ ਸੈਟਅਪ ਹੋਵੇ, ਤੁਸੀਂ ਉੱਥੇ ਆਪਣੇ ਕਾਰੀਗਰਾਂ ਨੂੰ ਬੁਲਾਓ। ਪਰ ਸਾਡੇ ਲਈ ਅਜੇ ਉਹ ਸੰਭਵ ਹੈ ਨਹੀਂ, ਬਿਕੋਜ਼ ਅਸੀਂ ਜ਼ਿਆਦਾਤਰ ਮਹਿਲਾਵਾਂ ਨਾਲ ਕੰਮ ਕਰ ਰਹੇ ਹਾਂ ਜਾਂ ਜਿਹੜੇ ਸਾਡੇ ਪੁਰਾਣੇ ਬੁਣਕਰ ਹੈ ਉਹਨਾਂ ਨਾਲ ਕੰਮ ਕਰ ਰਹੇ ਹਾਂ। ਤੇ ਉਹਨਾਂ ਲਈ ਆਪਣੇ ਘਰ ਤੋਂ ਬਾਹਰ ਨਿਕਲਣਾ ਇੱਕਦਮ ਦੇ ਲਈ ਸੰਭਵ ਨਹੀਂ ਹੈ। ਤੇ ਇਹਦੇ ਲਈ ਇਨਫਰਾਸਟ੍ਰਕਚਰ ਚਾਹੀਦਾ ਹੁੰਦਾ ਹੈ, ਇਹਦੇ ਲਈ ਥੋੜਾ ਮਸ਼ੀਨਰੀ ਚਾਹੀਦੀ ਹੁੰਦੀ ਹੈ, ਕਾਮਨ ਫੈਸਿਲਿਟੀ ਸੈਂਟਰ ਚਾਹੀਦਾ ਹੁੰਦਾ। ਤੇ ਜਦੋਂ ਤੱਕ ਉਹ ਚੀਜ਼ਾਂ ਉਪਲਬਧ ਨਹੀਂ ਹੋਣਗੀਆਂ ਤਾਂ ਇਹ ਥੋੜਾ ਮੁਸ਼ਕਿਲ ਹੈ। ਪਰ ਹੌਲੀ ਹੌਲੀ ਅਸੀਂ ਲੱਗੇ ਹੋਏ ਹਾਂ। ਔਰ ਖਾਦੀ ਬੋਰਡ ਦਾ ਦੇਖੋ, ਹੁਣ ਮੈਂ ਇਹਦੇ ਤੇ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੂੰਗੀ, ਕਿਉਂਕਿ ਉਹਨਾਂ ਦੀ ਇੱਕ ਆਪਣੀ ਅਪਰੋਚ ਹੈ, ਉਹਨਾਂ ਦਾ ਇੱਕ ਆਪਣਾ ਕੰਮ ਕਰਨ ਦਾ ਤੌਰ ਤਰੀਕਾ ਹੈ। ਪਰ ਉਹ ਜਿਸ ਤਰ੍ਹਾਂ ਦਾ ਕੰਮ ਅਸੀਂ ਕਰ ਰਹੇ ਹਾਂ ਸਮਾਜ ਦੇ ਵਿੱਚ ਲੋਕਾਂ ਨੂੰ ਸਮਝ ਕੇ ਔਰ ਸਮਾਜ ਦੀ ਰਿਕੁਆਇਰਮੈਂਟ ਸਮਝ ਕੇ, ਪਰ ਉਹਨਾਂ ਦਾ ਕੀ ਹੈਗਾ ਕਿ ਉਹਨਾਂ ਨੇ ਇੱਕ ਪਾਲਿਸੀ ਬਣਾਈ, ਉਹਨਾਂ ਨੇ ਇੱਕ ਪ੍ਰੋਜੈਕਟ ਬਣਾਇਆ ਔਰ ਉਹਦੇ ਹਿਸਾਬ ਨਾਲ ਉਹ ਇੱਕ ਟੌਪ ਡਾਊਨ ਅਪਰੋਚ ਹੈ। ਬਟ ਸਾਡੀ ਜਿਹੜੀ ਅਪਰੋਚ ਹੈ ਉਹ ਬਾਟਮ ਅਪ ਅਪਰੋਚ ਹੈ ਕਿ ਲੋਕਾਂ ਦੇ ਵਿੱਚ ਕੀ ਹੈਗਾ ਔਰ ਅਸੀਂ ਉਹਨੂੰ ਕਿਵੇਂ ਹੋਰ ਅੱਗੇ ਲੈ ਕੇ ਜਾ ਸਕਦੇ ਹਾਂ। ਅੱਛਾ, ਹੁਣ ਥੋੜਾ ਜਿਹਾ ਹੈਲਥ ਵਾਈਜ਼ ਦੱਸੋਗੇ ਵੀ ਆਹ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ ਤਾਂ ਇਹਦੇ ਨਾਲ ਹੈਲਥ ਵਾਈਜ਼ ਸਾਨੂੰ ਕੀ ਕੀ ਬੈਨੀਫਿਟਸ ਮਿਲਣਗੇ? ਦੇਖੋ, ਹੁਣ ਜੇ ਤੁਸੀਂ ਇਹ ਟੋਕਰੀ ਦੇਖੋਗੇ, ਇਹ ਖਜੂਰ ਦੇ ਪੱਤੇ ਦੀ ਬਣੀ ਹੋਈ ਹੈ ਔਰ ਇਹਦੇ ਅੰਦਰ ਜਿਹੜਾ ਆਪਣਾ ਮੂੰਜ ਗਰਾਸ ਹੁੰਦਾ ਹੈ, ਜਿਹੜਾ ਨਹਿਰਾਂ ਦੇ ਕਿਨਾਰੇ ਹੁੰਦਾ ਉਹ ਹੈ। ਇਹਦੇ ਵਿੱਚ ਕੋਈ ਪਲਾਸਟਿਕ ਨਹੀਂ ਹੈ ਜਾਂ ਕੋਈ ਹੋਰ ਐਸਾ ਮਤਲਬ ਪੋਲਿਊਟੈਂਟ ਨਹੀਂ ਅਸੀਂ ਯੂਜ਼ ਕੀਤਾ। ਤਾਂ ਇਹ ਇੱਕ ਬੀਬੀ ਨੇ ਬਣਾਈ ਹੋਈ ਹੈ। ਇਹਦੇ ਵਿੱਚ ਤੁਸੀਂ ਫਲ ਰੱਖੋ, ਸਬਜ਼ੀਆਂ ਰੱਖੋ, ਜੋ ਮਰਜ਼ੀ ਰੱਖੋ। ਇਹਨੂੰ ਇੱਕ ਆਮ ਰੋਟੀਆਂ ਵੀ ਰੱਖ ਸਕਦੇ, ਇਹਨੂੰ ਇੱਕ ਆਮ ਟੋਕਰੀ ਦੀ ਤਰ੍ਹਾਂ ਵਰਤ ਸਕਦੇ ਹਾਂ। ਤਾਂ ਇਹਦੇ ਵਿੱਚ ਆਪਣਾ ਇੱਕ ਐਸਥੈਟਿਕ ਵੀ ਹੈ ਔਰ ਆਪਣਾ ਇੱਕ ਹੈਂਡ ਵਾਲਾ ਟੱਚ ਵੀ ਹੈ ਕਿ ਇਹ ਕਿਸੇ ਮਸ਼ੀਨਰੀ ਨੇ ਨਹੀਂ ਬਣਾਈ, ਇਹ ਤੁਹਾਡੇ ਲੋਕਲ ਏਰੀਆ ਦੇ ਵਿੱਚ ਬਣੀ ਹੋਈ ਹੈ। ਔਰ ਸਾਨੂੰ ਤਾਂ ਉਸ ਤਰ੍ਹਾਂ ਦੇ ਆਰਟੀਜ਼ਨਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਜਿਹੜੇ ਅੱਜ ਵੀ ਇਹ ਕੰਮ ਕਰ ਰਹੇ ਹੈ ਔਰ ਅੱਗੇ ਕਰਨਾ ਚਾਹੁੰਦੇ ਹੈ। ਚਲੋ, ਹੁਣ ਇਹ ਦਰੀਆਂ ਦੁਰੀਆਂ ਦਾ ਹਾਂਜੀ, ਇਹ ਜਿਵੇਂ ਇੱਕ ਅੱਡਾ ਹੁੰਦਾ ਹੈ, ਇਹ ਅੱਡੇ ਦੇ ਉੱਤੇ ਬਣਾਈ ਜਾਂਦੀ ਹੈ। ਇਹ ਪਹਿਲਾਂ ਤਾਂ ਸਾਡੇ ਪੰਜਾਬ ਦੇ ਵਿੱਚ ਵੱਡੀ ਦਰੀਆਂ ਬਣਦੀ ਸੀ, ਪਰ ਹਾਂ ਆਸਨ ਟਾਈਪ ਬੈਠਣ ਲਈ ਇਹ ਜਿਵੇਂ ਥੋੜਾ ਜਿਹਾ ਇਹ ਦੋਸਤੋ ਹੈਲਥ ਬੈਨੀਫਿਟ ਵੀ ਇਹਨਾਂ ਦੇ ਚੀਜ਼ ਹੋਣਗੇ। ਦੇਖੋ ਜੀ, ਇਹ ਕੰਪਲੀਟਲੀ ਕਾਟਨ ਹੈ। ਇਹ ਸਰਦੀਆਂ ਦੇ ਵਿੱਚ ਗਰਮ ਰਹੇਗਾ ਔਰ ਗਰਮੀਆਂ ਦੇ ਵਿੱਚ ਠੰਡਾ ਰਹੇਗਾ। ਜੇ ਤੁਸੀਂ ਇਹਨੂੰ ਇੱਕ ਵਾਰੀ ਵਿਛਾ ਲੋਗੇ ਤਾਂ ਨਾ ਇਹਦੇ ਵਿੱਚ ਪਸੀਨਾ ਆਏਗਾ ਤੇ ਨਾ ਤੁਹਾਨੂੰ ਇਹ ਵੈਸੇ ਇਰੀਟੇਟ ਕਰੇਗਾ ਜਿਵੇਂ ਪਲਾਸਟਿਕ ਵਾਲੇ ਜਾਂ ਜਿਹੜੇ ਉਹ ਨਾਈਲੋਨ ਦੀ ਚਟਾਈ ਵਗੈਰਾ ਹੁੰਦੀ ਹੈ। ਤਾਂ ਇਹ ਤਾਂ ਪਹਿਲਾਂ ਮੰਜਿਆਂ ਦੇ ਉੱਤੇ ਲੋਕੀ ਇਹੀ ਵਿਛਾ ਕੇ ਸੌਂ ਜਾਂਦੇ ਹੁੰਦੇ ਸੀਗੇ ਤੇ ਬਿਲਕੁਲ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਲੱਗਦੀ। ਇਹ ਤਾਂ ਜਦੋਂ ਤੁਸੀਂ ਇੱਕ ਵਾਰੀ ਫੀਲ ਕਰੋਗੇ ਇਹਨੂੰ ਤਾਂ ਹੀ ਤੁਹਾਨੂੰ ਪਤਾ ਲੱਗੇਗਾ, ਕਿਉਂਕਿ ਇਸ ਤਰ੍ਹਾਂ ਕਹਿਣ ਨਾਲ ਤਾਂ ਪਤਾ ਨਹੀਂ ਲੱਗਦਾ। ਪਰ ਇਹਦੇ ਵਿੱਚ ਅਸੀਂ ਤਾਂ ਘਰ ਦੇ ਵਿੱਚ ਸਰਦੀਆਂ ਦੇ ਵਿੱਚ ਵੀ ਇਹ ਵਿਛਾਉਂਦੇ ਹਾਂ ਤੇ ਗਰਮੀਆਂ ਦੇ ਵਿੱਚ ਵੀ ਇਹੀ ਵਿਛਾਉਂਦੇ ਹਾਂ। ਤੇ ਜਿਵੇਂ ਇਹ ਖਾਕੀ ਕਾਟਨ ਹੈ, ਇਹਨੂੰ ਵੀ ਅਸੀਂ ਰੰਗ ਨਹੀਂ ਕੀਤਾ, ਇਹ ਨੈਚੁਰਲ ਬਰਾਊਨ ਕਾਟਨ ਹੈਗੀ ਹੈ। ਤੇ ਆਰਗੈਨਿਕ ਹੈ ਤਾਂ ਇਹਦਾ ਮਤਲਬ ਬਾਜ਼ਾਰ ਨਾਲੋਂ ਥੋੜਾ ਰੇਟ ਵੀ ਹਾਈ ਹੋਏਗਾ। ਦੇਖੋ, ਅਸੀਂ ਆਪਣੇ ਕਿਸਾਨਾਂ ਨੂੰ 10 ਤੋਂ 15% ਪ੍ਰੀਮੀਅਮ ਦਿੰਦੇ ਹਾਂ ਕਿਉਂਕਿ ਉਹ ਆਰਗੈਨਿਕ ਲਗਾਉਂਦੇ ਆ। ਔਰ ਆਰਗੈਨਿਕ ਦੇ ਵਿੱਚ ਸ਼ੁਰੂ ਦੇ ਵਿੱਚ ਪ੍ਰੋਡਕਸ਼ਨ ਵੀ ਥੋੜਾ ਘੱਟ ਰਹਿੰਦਾ, ਪਰ ਹਮੇਸ਼ਾ ਪ੍ਰੋਡਕਸ਼ਨ ਘੱਟ ਨਹੀਂ ਰਹਿੰਦਾ ਕਿਉਂਕਿ ਹੌਲੀ ਹੌਲੀ ਜਿਵੇਂ ਆਰਗੈਨਿਕ ਮੈਟਰ ਧਰਤੀ ਦੇ ਵਿੱਚ ਜਾਂਦਾ ਰਹੇਗਾ ਤਾਂ ਸੋਇਲ ਹੈਲਥ ਇੰਪਰੂਵ ਹੁੰਦੀ ਜਾਂਦੀ ਹੈ, ਤਾਂ ਉਹ ਪ੍ਰੋਡਕਸ਼ਨ ਉਨਾ ਹੋ ਸਕਦਾ ਔਰ ਕੁਆਲਿਟੀ ਵੀ ਇੰਪਰੂਵ ਹੋ ਸਕਦੀ ਹੈ। ਪਰ ਆਰਗੈਨਿਕ ਫਾਰਮਰਸ ਗਿਣਤੀ ਦੇ ਵਿੱਚ ਅਜੇ ਬਹੁਤ ਥੋੜੇ ਹੈ, ਤਾਂ ਉਹਨਾਂ ਦਾ ਵੀ ਜਿਹੜਾ ਐਂਥੂਜ਼ੀਆਜ਼ਮ ਹੈ ਬਣਾਏ ਰੱਖਣ ਲਈ ਤਾਂ ਸਾਨੂੰ ਪ੍ਰੀਮੀਅਮ ਪ੍ਰਾਈਸ ਦੇਣਾ ਹੁੰਦਾ ਹੈ। ਔਰ ਸੇਮ ਕਾਰੀਗਰਾਂ ਦੇ ਨਾਲ ਵੀ, ਕਿਉਂਕਿ ਕਾਰੀਗਰ ਵੀ ਇਹ ਸਾਰਾ ਕੰਮ ਛੱਡ ਚੁੱਕੇ ਹੈ।
ਕੋਈ ਨਰੇਗਾ ਦੇ ਵਿੱਚ ਜਾ ਕੇ ਕੰਮ ਕਰਦਾ ਹੈ, ਕੋਈ ਡੋਮੈਸਟਿਕ ਲੇਬਰ ਦਾ ਕੰਮ ਕਰਦਾ ਹੈ, ਜਾਂ ਕਿਸੇ ਨੇ ਕੋਈ ਹੋਰ ਬਿਜ਼ਨਸ ਕਰ ਲਿਆ, ਪਰ ਇਹ ਹੱਥ ਦੀ ਕਲਾ ਖਤਮ ਹੁੰਦੀ ਜਾ ਰਹੀ ਹੈ। ਤਾਂ ਇੱਕ ਵਾਰੀ ਤਾਂ ਸਾਨੂੰ ਰਿਵਾਈਵ ਕਰਨ ਦੇ ਲਈ ਇਹਦੇ ਵਿੱਚ ਇਕਨੋਮਿਕ ਕੋਸਟ ਤੇ ਹੋਰ ਵੀ ਜਿਹੜੀ ਕੋਸਟ ਹੈਗੀ ਆ ਉਹ ਪਾਣੀ ਪੈਂਦੀ ਹੈ। ਇਕਨੋਮਿਕ ਕੋਸਟ ਤੇ ਹੋਰ ਵੀ ਕੋਸਟ ਪਾਉਣੀ ਪੈਂਦੀ ਹੈ। ਕਿੰਨੇ % ਜਿਹੜਾ ਤੁਹਾਡਾ ਬਾਕੀਆਂ ਨਾਲੋਂ ਥੋੜਾ ਜਿਹਾ ਹਾਈਕ ਹੋਏਗਾ? ਕਿਉਂਕਿ ਥੋੜਾ ਜਿਹਾ ਜੇ ਪਬਲਿਕ ਸਮਝੇਗੀ ਤਾਂ ਉਸ ਨੂੰ ਸੋਚੇਗੀ ਚਲ ਇੰਨੇ ਕਿਸੇ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਸਾਨੂੰ ਚੀਜ਼ ਓਰੀਜਨਲ ਮਿਲ ਰਹੀ ਹੈ। ਦੇਖੋ ਇੱਥੇ ਇੱਕ ਚੀਜ਼ ਹੋਰ ਕੰਜ਼ਿਊਮਰਸ ਨੂੰ ਸਮਝਣਾ ਜ਼ਰੂਰੀ ਹੈ। ਅਸੀਂ ਹਰੇਕ ਚੀਜ਼ ਨੂੰ ਸਿਰਫ ਇਕਨੋਮਿਕ ਟਰਮਸ ਦੇ ਵਿੱਚ ਹੀ ਕਿਉਂ ਕੰਪੇਅਰ ਕਰਦੇ ਹਾਂ? ਮੰਨ ਲਓ ਇਹ ਜਿਹੜੀ ਮੈਂ ਕਿ ਹਰ ਬੰਦਾ ਆਪਣੀ ਜੇਬ ਦੇਖ ਕੇ ਹੀ ਖਰਚ ਕਰੇਗਾ ਨਾ, ਇਹ ਇਸ ਕਰਕੇ ਗੱਲ ਕਰ ਰਹੇ। ਨਹੀਂ, ਜੇਬ ਦੇਖਣਾ ਠੀਕ ਹੈ, ਜੇਬ ਦੇਖਣਾ ਗਲਤ। ਉਹ ਜਿਨ੍ਹਾਂ ਨੇ ਤਾਂ ਲੈਣੀ ਹੈ ਸ਼ੌਕ ਵਾਸਤੇ, ਜਿਨ੍ਹਾਂ ਨੇ ਲੈਣੀ ਹੈਗੀ ਆ ਵੀ ਪੈਸੇ ਹੈਗੇ ਨੇ, ਚੱਲ ਯਾਰ ਆਪਾਂ ਆ ਇੱਕ ਜਿਵੇਂ ਘਰ ਦੇ ਵਿੱਚ ਕਲਚਰਲ ਚੀਜ਼ਾਂ ਪਈਆਂ ਹੋਣੀਆਂ ਚਾਹੀਦੀਆਂ ਨੇ ਉਹ ਰੱਖਣੀਆਂ, ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਜਿਨ੍ਹਾਂ ਨੇ ਹੈਲਥ ਵਾਈਜ਼ ਜਾਂ ਕੁਝ ਹੋਰ ਆਪਣੀ ਸੋਚ ਦੇ ਮਤਲਬ ਪਿੰਡਾਂ ਵਾਲੀਆਂ ਚੀਜ਼ਾਂ ਘਰ 'ਚ ਵਰਤਣੀਆਂ ਹੈਗੀਆਂ ਜਾਂ ਉਹਨਾਂ ਦਾ ਪਿਆਰ ਹੀ ਉਹਨਾਂ ਨਾਲ ਜੁੜਿਆ ਪਰ ਪੈਸੇ ਜੇ ਵਿੱਚ ਹੈ ਨਹੀਂ, ਉਹਨਾਂ ਨੇ ਆਪਣੀ ਪਾਕਟ ਵੀ ਦੇਖਣੀ। ਮੈਂ ਤਾਂ ਇਸ ਕਰਕੇ ਸਵਾਲ ਪੁੱਛਿਆ। ਹਾਂ, ਦੇਖੋ ਤੁਹਾਡਾ ਸਵਾਲ ਇੱਕ ਤਰੀਕੇ ਨਾਲ ਠੀਕ ਵੀ ਹੈ, ਪਰ ਮੈਂ ਪੂਰੀ ਤਰ੍ਹਾਂ ਇਹਦੇ ਨਾਲ ਸਹਿਮਤ ਨਹੀਂ ਹੋਇਆ। ਕਿਉਂਕਿ ਕੀ ਹੁੰਦਾ ਜਦੋਂ ਤੁਸੀਂ ਮਨ ਨਾਲ ਕਿਸੇ ਚੀਜ਼ ਦੇ ਨਾਲ ਜੁੜੇ ਹੁੰਦੇ ਹੋ ਜਾਂ ਉਹਦੀ ਵੈਲਿਊ ਕਰਦੇ ਹੋ, ਤਾਂ ਤੁਸੀਂ ਕੋਈ ਦੋ ਚੀਜ਼ਾਂ ਲੈਣ ਦੀ ਥਾਂ ਇੱਕ ਚੀਜ਼ ਪ੍ਰੈਫਰ ਕਰੋਗੇ। ਔਰ ਅਗਰ ਤੁਹਾਨੂੰ ਪਤਾ ਹੈ ਕਿ ਉਹ ਚੀਜ਼ ਕਿਵੇਂ ਬਣੀ ਹੈ, ਕਿਸਨੇ ਬਣਾਈ ਹੈ ਔਰ ਕਿੱਥੇ ਬਣਾਈ ਹੈ, ਤਾਂ ਤੁਸੀਂ 10 ਰੁਪਏ 20 ਰੁਪਏ 50 ਰੁਪਏ ਉਹਦੇ ਵਿੱਚ ਜ਼ਿਆਦਾ ਦੇਣ ਤੇ ਵੀ ਮਾਈਂਡ ਨਹੀਂ ਕਰੋਗੇ। ਜੇ ਕਿਸੇ ਨੇ ਲੈਣੀ ਹੋ ਇੱਕ ਹੋਵੇ, ਫਿਰ ਜੇ ਕਿਸੇ ਨੇ ਲੈਣੀ ਹੀ ਇੱਕ ਹੋਵੇ, ਦੇਖੋ ਲੈਣੀ ਇੱਕ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਇਹ ਬਾਜ਼ਾਰ ਨਾਲੋਂ ਬਹੁਤ ਮਹਿੰਗੀ ਹੋਏ। ਉਹ ਜੀ ਉੱਥੇ ਹੀ ਆ ਰਿਹਾ ਨਾ, ਫਿਰ ਉਹੀ ਪੁੱਛ ਰਿਹਾ। ਠੀਕ ਹੈ ਨਾ, ਤਾਂ ਜੇ ਤੁਸੀਂ ਇਹ ਫੈਬ ਇੰਡੀਆ ਜਾਂ ਹੋਰ ਵੀ ਜਦੋਂ ਕਿੰਨੇ % ਮਹਿੰਗੀ ਹੋ ਸਕਦੀ ਹੈ ਬਾਜ਼ਾਰ? ਦੇਖੋ ਮੈਂ ਮਾਰਕੀਟ ਦਾ ਤਾਂ ਸਰਵੇ ਨਹੀਂ ਕੀਤਾ ਕਿ ਮਾਰਕੀਟ ਦੇ ਵਿੱਚ, ਕਿਉਂਕਿ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਮਿਲਦੀ ਨਹੀਂ ਹੈ। ਤੁਸੀਂ ਫਿਰ ਕੰਪੈਰੀਜ਼ਨ ਕਿਵੇਂ ਕਰੋਗੇ? ਜਾਂ ਤਾਂ ਮਾਰਕੀਟ ਦੇ ਵਿੱਚ ਐਸੀ ਚੀਜ਼ ਮਿਲੇ ਨਾ। ਜਿਹੜੀ ਤੁਸੀਂ ਕਹਿ ਰਹੇ ਹੋ ਵੀ ਉਹ ਜਿਹੜੀ ਪੈਸਟੀਸਾਈਡ ਵਾਲੇ ਜਿਹੜੇ ਕਾਟਨ ਹੈਗਾ ਉਹ ਵੀ ਮਿਲ ਰਹੀਆਂ ਨੇ, ਮੈਂ ਉਸ ਐਜ਼ ਕੰਪੈਰੀਟਿਵ ਟੂ ਦਿਸ ਪੂਰਾ ਫਿਰ ਇੰਡਸਟਰੀਅਲ ਪ੍ਰੋਡਕਟ ਹੈ ਨਾ। ਹੁਣ ਇੰਡਸਟਰੀਅਲ ਪ੍ਰੋਡਕਟ ਜਿਹੜਾ ਪਾਵਰ ਲੂਮ ਤੇ ਕੱਪੜਾ ਬਣ ਰਿਹਾ ਉਹਦੇ ਵਿੱਚ ਤੁਹਾਡਾ ਇਹ ਪੋਲੀ ਫਾਈਬਰ ਵੀ ਹੈ, ਸਿੰਥੈਟਿਕ ਫਾਈਬਰ ਵੀ ਹੈ ਜਾਂ ਕਾਟਨ ਦਾ ਵੀ ਹੈ। ਮੈਨੂੰ ਉਹਦੇ ਬਾਰੇ ਜ਼ਿਆਦਾ ਨਹੀਂ ਪਤਾ ਕਿਉਂਕਿ ਮੈਂ ਤਾਂ ਇਸ ਕੰਮ ਦੇ ਵਿੱਚ ਹੈਗੀ ਹਾਂ, ਪਰ ਮੈਨੂੰ ਇੰਨਾ ਪਤਾ ਹੈ ਜਿਹੜੇ ਲੋਕ ਇਸ ਕੰਮ ਨੂੰ ਸਮਝਦੇ ਹੈ ਔਰ ਜਿਹੜੇ ਕਿਸਾਨ ਖੁਦ ਲਗਾਉਂਦੇ ਹੈ, ਜਿਹੜੇ ਆਰਟੀਜ਼ਨ ਖੁਦ ਬਣਾਉਂਦੇ ਹੈ, ਤਾਂ ਉਹਨਾਂ ਨੂੰ ਜ਼ਿਆਦਾ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੁੰਦੀ ਇਕਨੋਮਿਕ ਕੋਸਟ ਅਫੋਰਡ ਕਰਨ ਦੇ ਵਿੱਚ ਵੀ, ਕਿਉਂਕਿ ਇਹਦੇ ਵਿੱਚ ਇਕੋਲੋਜੀਕਲ ਕੋਸਟ ਹੈ, ਇਹਦੇ ਵਿੱਚ ਇੱਕ ਸੋਸ਼ਲ ਕੋਸਟ ਹੈ, ਕਲਚਰਲ ਕੋਸਟ ਹੈ ਔਰ ਹੈਲਥ ਕੋਸਟ ਵੀ ਹੈਗੀ ਆ। ਤਾਂ ਮੈਂ ਤਾਂ ਇਹੀ ਅਪੀਲ ਕਰਾਂਗੀ ਤੁਹਾਡੇ ਮਾਧਿਅਮ ਤੋਂ, ਤੁਹਾਡੇ ਚੈਨਲ ਤੋਂ, ਕਿ ਅਸੀਂ ਸਿਰਫ ਇਕਨੋਮਿਕ ਕੋਸਟ ਨਾ ਦੇਖੀਏ, ਬਿਕੋਜ਼ ਇਕਨੋਮਿਕ ਕੋਸਟ ਦੇ ਕਾਰਨ ਹੀ ਅਸੀਂ ਇੰਨਾ ਵੱਡਾ ਡਿਜ਼ਾਸਟਰ ਵੀ ਦੇਖ ਰਹੇ ਹਾਂ। ਇਹ ਜਿਹੜਾ ਹੈਲਥ ਦਾ ਪੂਰਾ ਡਿਜ਼ਾਸਟਰ ਹੈ, ਇਹ ਤੁਸੀਂ ਕਹਿ ਦਿੰਦੇ ਹੋ ਕਿ ਮੈਂ 10 ਰੁਪਏ ਸਸਤੀ ਚੀਜ਼ ਲੈਣੀ ਹੈ, ਮੈਂ 10 ਰੁਪਏ ਵੱਧ ਨਹੀਂ ਦੇਣੇ, ਆਪਣੇ ਕਿਸਾਨ ਨੂੰ ਨਹੀਂ ਦੇਣੇ, ਤਾਂ ਤੁਸੀਂ ਜਿਹੜੇ ਹਸਪਤਾਲਾਂ 'ਚ ਇੰਨੇ ਪੈਸੇ ਦਿੰਦੇ ਹੋ ਬਾਅਦ ਦੇ ਵਿੱਚ, ਤਾਂ ਉਹ ਵੀ ਤਾਂ ਭਰਦੇ ਹੀ ਹੋ ਨਾ। ਤਾਂ ਇਹਦੇ ਵਿੱਚ ਇੱਕ ਸ਼ਰਧਾ ਦਾ ਕੰਪੋਨੈਂਟ ਵੀ ਹੈਗਾ। ਚਲੋ ਹੁਣ ਆਪਾਂ ਇੱਧਰ ਆਉਂਦੇ ਹਾਂ ਕਿ ਤੁਹਾਡੇ ਕੋਲ ਟੋਟਲ ਪ੍ਰੋਡਕਟ ਕਿਹੜੇ ਨੇ, ਤਾਂ ਕਿ ਪਬਲਿਕ ਨੂੰ ਪਤਾ ਲੱਗੇ ਵੀ ਤੁਹਾਡੇ ਕੋਲ ਕੀ ਹੈਗਾ ਹੈ। ਦੇਖੋ ਅਸੀਂ ਨਾ ਗ੍ਰੈਜੂਅਲੀ ਇਵੋਲਵ ਕਰ ਰਹੇ ਹਾਂ, ਅਸੀਂ ਕੋਈ ਫਿਕਸ ਨਹੀਂ ਕਰਕੇ ਰੱਖਿਆ ਹੋਇਆ ਕਿ ਉਹ ਕਿਹੜੇ ਤੁਸੀਂ ਰੱਖਦੇ ਹੈਗੇ? ਸਾਡੇ ਕੋਲ ਤਾਂ ਇਹ ਬਾਸਕਟਸ ਹੈਗੀਆਂ, ਠੀਕ ਹੈ ਜੀ, ਦਰੀਆਂ ਹੈਗੀਆਂ, ਫੈਬਰਿਕ ਹੈਗਾ ਔਰ ਕੁਝ ਮੈਟਸ हैं ਸਾਡੇ ਕੋਲ, ਔਰ ਕੁਝ ਇਸ ਤਰ੍ਹਾਂ ਦੀ ਅਸੀਂ ਕਲਰਫੁਲ ਬਾਸਕਟਸ ਬਣਵਾਈ ਹੋਈ ਹੈ, ਠੀਕ ਹੈ ਨਾ। ਤਾਂ ਇਹ ਅਸੀਂ ਆਪਣੀ ਰੂਰਲ ਇਕਨੋਮੀ ਨੂੰ ਵੀ ਕੱਪੜਾ ਜਿੰਨਾ ਮਰਜ਼ੀ ਲੈ ਸਕਦੇ ਹਾਂ। ਹਾਂਜੀ, ਕੱਪੜਾ ਲੈ ਸਕਦੇ ਹਾਂ, ਕੱਪੜਾ ਹੈਗਾ। ਕੋਈ ਹੋਰ ਇਹੋ ਜਿਹੀ ਚੀਜ਼ ਜਿਸ ਤਰ੍ਹਾਂ ਉਹ ਪਹਿਲਾਂ ਹੁੰਦੇ ਸੀ ਨਾ, ਆਪਾਂ ਕੀ ਕਹਿੰਦੇ ਹੁੰਦੇ ਸੀਗੇ ਜਿਹਦੇ 'ਚ ਰੋਟੀ ਰੱਖਦੇ ਹੁੰਦੇ ਸੀਗੇ, ਇੱਕ ਗਏ ਅਸੀਂ ਲੈ ਕੇ ਆਏ ਸੀ, ਕੱਲ ਤੋਂ ਲੱਗਿਆ ਹੋਇਆ ਸਟਾਲ, ਤਾਂ ਉਹ ਖਤਮ ਹੋ ਗਏ। ਉਹ ਢੱਕਣ ਵਾਲੇ ਸੀਗੇ, ਹਾਂਜੀ, ਉਹ ਛਾਬੇ ਖਤਮ ਹੋ ਗਏ, ਉਹ ਖਤਮ ਹੋ ਗਏ ਜੀ। ਚਲੋ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆਪਣੀ ਇੰਨੀ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ ਤੇ ਨਾਲੇ ਦੱਸਿਆ ਕਿ ਹੈਲਥ ਇਸ਼ੂਜ਼ ਦੇ ਕਰਕੇ ਕਿਸ ਤਰ੍ਹਾਂ ਜਿਹੜਾ ਆਰਗੈਨਿਕ ਫਾਰਮਿੰਗ ਦੇ ਵਿੱਚ ਜਦੋਂ ਆਏ ਤਾਂ ਜੇਕਰ ਇਹ ਚੀਜ਼ਾਂ ਲੈਂਦੇ ਹੈਗੇ ਨੇ ਪਬਲਿਕ, ਤਾਂ ਉਹਨਾਂ ਨੂੰ ਹੈਲਥ ਇਸ਼ੂਜ਼ ਨਹੀਂ ਆਉਣਗੇ, ਉਲਟਾ ਉਹਨਾਂ ਦੇ ਜੇਕਰ ਇਸ਼ੂਜ਼ ਹੋਣਗੇ ਤਾਂ ਉਹ ਵੀ ਠੀਕ ਹੋਣ ਲੱਗ ਪੈਣਗੇ। ਤੁਹਾਡਾ ਬਹੁਤ ਧੰਨਵਾਦ। ਦੇਖੋ ਇਹ ਨਾ ਸਿਰਫ ਹੈਲਥ ਦੀ ਗੱਲ ਨਹੀਂ ਹੈਗੀ, ਅਸੀਂ ਹੈਲਥ ਨੂੰ ਇੱਕ ਸੈਪਰੇਟ ਰੱਖ ਕੇ ਨਹੀਂ ਦੇਖ ਸਕਦੇ। ਇਹ ਪੂਰਾ ਹੋਲਿਸਟਿਕ ਲਾਈਫ ਸਟਾਈਲ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਲੈਂਦੇ ਹਾਂ, ਬਿਕੋਜ਼ ਹੈਲਥ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਰਗੈਨਿਕ ਖਾਣਾ ਖਾ ਰਹੇ ਹੋ, ਤੁਸੀਂ ਆਰਗੈਨਿਕ ਕੱਪੜੇ ਪਾ ਰਹੇ ਹੋ। ਅਗਰ ਤੁਹਾਡੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ, ਅਗਰ ਤੁਸੀਂ ਇਮੋਸ਼ਨਲੀ ਸਾਊਂਡ ਨਹੀਂ ਹੋ, ਸਪਿਰਿਚੁਅਲੀ ਤੁਸੀਂ ਕਨੈਕਟਿਡ ਨਹੀਂ ਹੋ, ਤਾਂ ਤੁਸੀਂ ਜਿਸ ਮਰਜ਼ੀ ਤਰ੍ਹਾਂ ਦਾ ਖਾਣਾ ਖਾ ਲਓ, ਤੁਹਾਡੀ ਬਾਡੀ ਨੂੰ ਉਹ ਲੱਗੇਗਾ ਹੀ ਨਹੀਂ। ਤੁਹਾਡਾ ਮਨ ਵੀ ਤਾਂ ਸ਼ਾਂਤ ਹੋਣਾ ਚਾਹੀਦਾ ਨਾ। ਜਿਹੜੀ ਤੁਸੀਂ ਇਹ ਚੀਜ਼ ਪੁੱਛੀ ਹੈ, ਇਹਦੇ ਵਿੱਚ ਕੋਈ ਕਤਾਈ ਕਰਦਾ ਹੈ, ਕੋਈ ਬੁਣਾਈ ਕਰਦਾ ਹੈ, ਪੂਰਾ ਮੈਡੀਟੇਸ਼ਨ ਹੈ। ਇਹ ਪਾਵਰ ਲੂਮ ਤੇ ਜਾਂ ਇੰਡਸਟਰੀ ਦੇ ਵਿੱਚ ਬਣਿਆ ਹੋਇਆ ਪ੍ਰੋਡਕਟ ਨਹੀਂ ਹੈਗਾ। ਜਦੋਂ ਕੋਈ ਕਾਰੀਗਰ ਇਸ ਤੇ ਕੰਮ ਕਰਦਾ ਤਾਂ ਉਹਦੀ ਸਾਧਨਾ ਹੁੰਦੀ ਹੈ,
ਇਹ ਸਿਰਫ ਕੰਜ਼ਿਊਮਰ ਦੀ ਹੈਲਥ ਦੇ ਲਈ ਨਹੀਂ, ਇਹ ਪ੍ਰੋਡਿਊਸਰ ਦੀ ਹੈਲਥ ਦੇ ਲਈ ਵੀ ਜ਼ਰੂਰੀ ਹੈ। ਤਾਂ ਅਸੀਂ ਜਦੋਂ ਪੂਰੇ ਸਮਾਜ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਾਰੇ ਸਟੇਕ ਹੋਲਡਰ ਆਉਂਦੇ हैं, ਕਿਉਂਕਿ ਅਗਰ ਪ੍ਰੋਡਿਊਸਰ ਹੈਲਦੀ ਹੋਏਗਾ ਤਾਂ ਹੀ ਕੰਜ਼ਿਊਮਰ ਹੈਲਦੀ ਹੋਏਗਾ। अगर सॉइल हेल्दी है ਤਾਂ ਹੀ वो अच्छा फूड प्रोड्यूस करेगी, अगर किसान हेल्दी है ਤਾਂ ਹੀ वो अच्छा फूड कंज्यूमर्स ਨੂੰ ਦੇ ਪਾਏਗਾ। एंड सेम थिंग अप्लाइज टू आवर आर्टिजन्स, आवर क्रिएटिव प्रोडक्ट्स आल्सो। ਬਹੁਤ ਧੰਨਵਾਦ ਤੁਹਾਡਾ, ਬਹੁਤ। थैंक ਸੋ ਦੇਖਣ ਨੂੰ ਤਾਂ ਇਹ ਇੱਕ ਆਮ ਜਿਹੀਆਂ ਗੱਲਾਂ ਲੱਗਣਗੀਆਂ, ਲੇਕਿਨ ਜਦੋਂ ਆਪਾਂ ਇਹਦੇ ਵਿੱਚੋਂ ਇਸ ਇਹਨਾਂ ਗੱਲਾਂ ਦੀ ਡੂੰਘਾਈ ਤੱਕ ਜਾਵਾਂਗੇ ਤਾਂ ਸਾਨੂੰ ਪਿੱਛੇ ਸਾਡਾ ਪੰਜਾਬ ਦਾ ਇੱਕ ਬੜਾ ਸੋਹਣਾ ਕਲਚਰ ਨਜ਼ਰ ਆਏਗਾ, ਸਾਡੇ ਹੈਲਥ ਇਸ਼ੂਜ਼ ਨਜ਼ਰ ਆਉਣਗੇ, ਸਾਡਾ ਇੱਕ ਦੂਜੇ ਨਾਲ ਪਿਆਰ ਨਜ਼ਰ ਆਏਗਾ, ਇੱਕ ਦੂਜੇ ਦੀ ਸਾਧਨਾ ਨਜ਼ਰ ਆਏਗੀ, ਜਿਹੜਾ ਸਾਡਾ ਜਿਹੜਾ ਇਹ ਇੱਕ ਜੁਟਤਾ ਨਜ਼ਰ ਆਏਗੀ ਤੇ ਉਹ ਇੱਕ ਦੂਜੇ ਦੇ ਪ੍ਰਤੀ ਸਮਰਪਣ ਭਾਵ ਨਜ਼ਰ ਆਏਗਾ। ਤੇ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਅਸੀਂ ਫਿਰ ਜਦੋਂ ਇਸ ਭਾਵਨਾ ਦੇ ਨਾਲ ਜਦੋਂ ਅਸੀਂ ਕੋਈ ਚੀਜ਼ ਲੈਣ ਆਉਂਦੇ ਹਾਂ ਤਾਂ ਫਿਰ ਅਸੀਂ ਨਾ ਤਾਂ ਉਸ ਨੂੰ ਪੈਸੇ ਵੱਲ ਧਿਆਨ ਦਿੰਦੇ ਹਾਂ ਤੇ ਸਿਰਫ ਧਿਆਨ ਦਿੰਦੇ ਹਾਂ ਤਾਂ ਹੈਲਥ ਇਸ਼ੂਜ਼ ਵਾਸਤੇ ਧਿਆਨ ਦਿੰਦੇ ਹਾਂ, ਤਾਂ ਸਮਾਜਿਕ ਭਾਈਚਾਰੇ ਵਾਸਤੇ ਧਿਆਨ ਦਿੰਦੇ ਹਾਂ, ਤਾਂ ਅਸੀਂ ਸਾਡੇ ਜਿਹੜੇ ਕਾਰੀਗਰ ਨੇ ਉਹਨਾਂ ਦੇ ਪਰਿਵਾਰਾਂ ਦੀ ਸੋਚ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਜਦੋਂ ਲੈ ਕੇ ਆਪਣੇ ਘਰ ਪਹੁੰਚਦੇ ਹਾਂ ਤਾਂ ਫਿਰ ਇੱਕ ਆਤਮਿਕ ਸ਼ਾਂਤੀ ਵੀ ਰਹਿੰਦੀ ਹੈ, ਤਾਂ ਜਿਹੜਾ ਸਾਡੇ ਤੰਦਰੁਸਤੀ ਵੀ ਸਾਡੇ ਸਰੀਰ ਨੂੰ ਜਿਹੜੀ ਆ ਉਹ ਘਰ ਕਰ ਲੈਂਦੀ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਲੋੜ ਹੈ ਅਜਿਹੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਦੀ। ਇਹ ਉਹ ਟ੍ਰੈਡੀਸ਼ਨ ਹੈ ਸਾਡਾ, ਜਿਹੜਾ ਕਿ ਸੱਭਿਆਚਾਰ ਹੈ ਜਿਹੜਾ ਸਾਡਾ, ਇਹ ਲੁਪਤ ਹੋ ਰਿਹਾ, ਖਤਮ ਹੋ ਰਿਹਾ। ਇਹ ਨਹੀਂ ਹੋਣਾ ਚਾਹੀਦਾ। ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਸੰਜੋ ਕੇ ਰੱਖਣ ਦੀ। ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸੰਜੋ ਕੇ ਰੱਖਣ ਦੀ, ਇਹਨਾਂ ਨੂੰ ਬਚਾਉਣ ਲਈ ਜਿਹੜੇ ਆ ਕੰਮ ਕਰ ਰਹੇ ਨੇ। ਤੇ ਜੇਕਰ ਜੇ ਵੀਡੀਓ ਨੂੰ ਅਸੀਂ ਅੱਗੇ ਸ਼ੇਅਰ ਕਰਦੇ ਹਾਂ ਤਾਂ ਇਸ ਕਾਰੋਬਾਰ ਨੂੰ, ਇਸ ਸਿਸਟਮ ਨੂੰ ਬਚਾ ਕੇ ਰੱਖਣ ਦੇ ਵਿੱਚ ਮਦਦ ਮਿਲਦੀ ਹੈ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।